ਉੱਥੇ ਕਹੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਬਾਪੂ ਬੇਅੰਤ ਸਿੰਘ ਢਿੱਲੋਂ ਜੀ ਅੱਜ ਅਕਾਲ ਚਲਾਣਾ ਕਰ ਗਏ ਸੀਗੇ ਜੀ ਕੱਲ, ਤੇ ਅੱਜ ਇਹਨਾਂ ਦਾ ਅੰਤਮ ਸੰਸਕਾਰ ਕੀਤਾ ਜਾ ਰਿਹਾ। ਬਾਪੂ ਬੇਅੰਤ ਸਿੰਘ ਢਿੱਲੋਂ, ਸਤਿ ਸ਼੍ਰੀ ਅਕਾਲ ਬਾਬਾ ਜੀ, ਬਹੁਤ ਧੰਨਵਾਦ ਤੁਸੀਂ ਆਏ ਜੀ। ਸਾਧੂ ਸਿੰਘ ਬਾਬਾ ਜੀ ਤੁਹਾਡਾ ਵੀ ਬਹੁਤ ਧੰਨਵਾਦ। ਬਾਪੂ ਬੇਅੰਤ ਸਿੰਘ ਢਿੱਲੋਂ ਜੀ ਸਾਡੇ ਪਰਿਵਾਰ ਦੇ ਵਿੱਚ 2017 20 ਤਰੀਕ ਨੂੰ 9ਵੇਂ ਮਹੀਨੇ ਨੂੰ ਸਤੰਬਰ ਦੇ ਵਿੱਚ 2017 ਚ ਸਾਡੇ ਪਰਿਵਾਰ ਚ ਸ਼ਾਮਲ ਹੋਏ ਸੀ। 24/7/22 ਨੂੰ ਸਾਨੂੰ ਸਦੀਵੀ ਵਿਛੋੜਾ ਦੇ ਕੇ ਇਸ ਦੁਨੀਆ ਤੋਂ ਅਲਵਿਦਾ ਕੇ ਚਲੇ ਗਏ। ਇਹ ਜੀਵਨ ਇਨਸਾਨ ਦਾ ਸਾਨੂੰ ਬੜਾ ਕੁਝ ਸਿਖਾਉਂਦਾ। ਬਾਪੂ ਬੇਅੰਤ ਸਿੰਘ ਢਿੱਲੋਂ ਜੀ ਦਾ ਆਪਣੇ ਆਪ ਚ ਜੁੱਸਾ ਤੁਹਾਨੂੰ ਦੱਸ ਰਿਹਾ ਵੀ 6 ਫੁੱਟ ਤੋਂ ਉੱਪਰ ਕੱਦ ਸੀ ਬਾਪੂ ਦਾ। 4 ਸਾਲ 10 ਮਹੀਨੇ ਤੇ 4 ਦਿਨ ਬਾਪੂ ਜੀ ਸਾਡੇ ਸੁਪਨਿਆਂ ਦੇ ਘਰ ਚ ਰਹੇ, ਸਾਡੇ ਪਰਿਵਾਰ ਚ ਰਹੇ। ਆ ਵੀਰੇ ਪੱਖੇ ਦੀ ਹਵਾ ਲੈਣ ਉਹਨਾਂ ਨੂੰ ਕਰ ਦੋ ਥੋੜਾ ਪੱਕਾ ਸਿੱਧਾ, ਇਧਰ ਨੂੰ ਮੱਖੀ ਨਾ ਬੈਠੇ, ਉਹ ਵੀ ਪੱਕਾ ਸਿੱਧਾ ਕਰ ਦਿਓ। ਤੇ 4 ਸਾਲ 10 ਮਹੀਨੇ ਤੇ 4 ਦਿਨ ਸਾਡੇ ਪਰਿਵਾਰ ਦਾ ਬਾਪੂ ਜੀ ਹਿੱਸਾ ਰਹੇ। ਬਾਪੂ ਬੇਅੰਤ ਸਿੰਘ ਢਿੱਲੋਂ ਜੀ ਦੀਆਂ ਤੁਸੀਂ ਤਸਵੀਰਾਂ ਦੇਖ ਰਹੇ ਹੋ ਪਿੱਛੇ, ਜੱਟੋਂ ਵਾਲੇ ਬਾਪੂ ਬੇਅੰਤ ਸਿੰਘ ਢਿੱਲੋਂ। ਬਾਪੂ ਇਹਨਾਂ ਨੂੰ ਖੜਾ ਰਹਿਣ ਦੇ। ਇਹ ਇੱਕ ਕਮਰੇ ਦੇ ਵਿੱਚ ਬੰਦ ਸੀ। 1 ਸਾਲ ਦੀ ਟਾਇਲਟ ਵੀ ਬਾਪੂ ਦੇ ਕਮਰੇ ਦੇ ਵਿੱਚ, ਬਾਪੂ ਦੇ ਮੰਜੇ ਦੇ ਉੱਪਰ ਤੇ ਮੰਜੇ ਦੇ ਥੱਲੇ ਢੇਰ ਲੱਗੇ ਪਏ ਸੀ। ਹੱਡੀਆਂ ਦਾ ਪਿੰਜਰ ਬਣਿਆ। ਸਰਦਾਰ ਬੇਅੰਤ ਸਿੰਘ ਢਿੱਲੋਂ ਉਸ ਕਮਰੇ 'ਚ ਪਿਆ, ਚੀਕਾਂ ਮਾਰਦਾ, ਹਾਕਾਂ ਮਾਰਦਾ, ਕਿਸੇ ਨੂੰ ਸੁਣਾਈ ਨਾ ਦਿੰਦਾ, ਕਿਉਂਕਿ ਬਾਹਰ ਇੱਕ ਛੋਟਾ ਜਿਹਾ ਟੈਲੀਵਿਜ਼ਨ ਰੱਖ ਕੇ ਉਹਦੇ ਤੇ ਉੱਚੀ ਉੱਚੀ ਕੀਰਤਨ ਲਗਾਇਆ ਹੋਇਆ ਸੀਗਾ। ਸਰਦਾਰ ਬੇਅੰਤ ਸਿੰਘ ਢਿੱਲੋਂ ਜੀ ਨੇ ਆਪਣੀ ਜ਼ਿੰਦਗੀ ਦਾ ਲੰਬਾ ਹਿੱਸਾ ਕਰੀਬ 20-22 ਸਾਲ ਕਾਰ ਸੇਵਾ ਵਾਲੇ ਬਾਬਾ ਜੀ ਇਹਨਾਂ ਦੇ ਵੀ ਅਸੀਂ ਇਹ ਧੰਨਤਾ ਦੇ ਯੋਗ ਹੈ ਜਿਹੜੇ ਅੱਜ ਇੱਥੇ ਇਹਨਾਂ ਦੀ ਅੰਤਮ ਸਫ਼ਰ ਦੇ ਵਿੱਚ ਇਹਨਾਂ ਦੇ ਨਾਲ ਸ਼ਾਮਲ ਹੋ ਰਹੇ ਨੇ। ਬਹੁਤ ਧੰਨਵਾਦ ਕਰਦੇ ਹਾਂ। ਕਾਰ ਸੇਵਾ ਵਾਲੇ ਬਾਬਾ ਜੀ ਜੈਤੋਂ ਤੋਂ ਸਾਡੇ ਕੋਲੇ ਪਹੁੰਚੇ। ਇਹਨਾਂ ਦੇ ਗੁਰੂ ਘਰ ਦੇ ਵਿੱਚ ਬਾਬਾ ਜੀ ਉਹਨਾਂ ਦੇ ਬਾਪੂ ਜੀ ਸੇਵਾ ਕਰੇ। ਕਿੰਨੇ ਸਾਲ ਦੀ ਲਾਈ ਸੇਵਾ? ਸਾਰੀ ਜ਼ਿੰਦਗੀ ਉੱਥੇ ਗੁਰੂ ਘਰ ਦੇ ਵਿੱਚ ਡਾਲੀ ਇਕੱਠੀ ਕਰਦੇ ਸੀ। ਪਿੰਡਾਂ ਦੇ ਵਿੱਚੋਂ ਸਾਈਕਲ ਤੇ ਜਾ ਕੇ ਪ੍ਰਸ਼ਾਦਾ ਲੈ ਕੇ ਆਉਣਾ। ਬਾਪੂ ਜੀ ਦੱਸਦੇ ਸੀ ਮਿਸਤਰੀ ਲੱਗੇ ਹੁੰਦੇ ਸੀ, ਇੰਨੇ ਨੇ ਬਿਲਡਿੰਗਾਂ ਬਣੀਆਂ, ਸਾਰਾ ਕੁਝ ਬਣਿਆ, ਆਪ ਲਿਆ ਕੇ ਵਰਤਾਉਣਾ, ਛਕਾਉਣਾ, ਪਹਿਲਾਂ ਇਕੱਠਾ ਕਰਕੇ ਲਿਆਉਣਾ। ਯਾਨੀ ਕਿ ਆਪਣੇ ਬੱਚਿਆਂ ਦਾ ਪਾਲਣ ਪੋਸ਼ਣ ਵੀ ਕਹਿ ਦਈਏ ਬਾਪੂ ਜੀ ਨੇ ਨਾਲ ਦੀ ਨਾਲ ਗੁਰੂ ਘਰ ਚ ਸੇਵਾ ਕਰਦੇ ਰਹੇ। ਤੇ ਉਹ ਵੀ ਨਾਲ ਕਿਉਂਕਿ 8 ਕਿੱਲੇ ਜ਼ਮੀਨ ਸੀ, ਜ਼ਿਮੀਂਦਾਰ ਪਰਿਵਾਰ ਸੀ, ਬੱਚਿਆਂ ਵਾਸਤੇ ਜ਼ਮੀਨ ਜਾਇਦਾਦ ਸੀ ਘਰ ਚ। ਪਰ ਬਾਪੂ ਦੀ ਜਿਹੜੀ ਲਗਨ ਸੀਗੀ ਉਹ ਗੁਰਦੁਆਰਾ ਸਾਹਿਬ ਦੀ ਸੇਵਾ ਦੇ ਵਿੱਚ ਹੀ ਸੀ। ਪਰ ਜਿਵੇਂ ਜਿਵੇਂ ਬਾਪੂ ਜੀ ਬਜ਼ੁਰਗ ਹੁੰਦੇ ਗਏ, ਸੇਵਾ ਕਰਦੇ ਆ, ਇਹਨਾਂ ਨੂੰ ਸ਼ੂਗਰ ਦੀ ਸਮੱਸਿਆ ਸੀ, ਉਹਦੇ ਨਾਲ ਅਧਰੰਗ ਦੀ ਸ਼ਿਕਾਇਤ ਹੋ ਗਈ। ਅਧਰੰਗ ਦੀ ਸ਼ਿਕਾਇਤ ਤੋਂ ਬਾਅਦ ਬਾਪੂ ਜੀ ਮੰਜੇ ਤੇ ਪੈ ਗਏ। ਗੁਰੂ ਘਰ ਦੇ ਵਿੱਚ ਬੈਠਿਆਂ ਤੋਂ ਹੀ ਟਾਇਲਟ ਹੋ ਜਾਣੀ, ਬਾਥਰੂਮ ਹੋ ਜਾਣਾ, ਪਤਾ ਨਾ ਲੱਗਣਾ। ਸਰੀਰਕ ਤੌਰ ਤੇ ਕਮਜ਼ੋਰ ਹੋ ਗਏ ਬਹੁਤ ਜ਼ਿਆਦਾ। ਉੱਥੇ ਗੁਰੂ ਘਰ ਦੇ ਪ੍ਰਬੰਧਕਾਂ ਨੇ ਵੀ ਕੁਝ ਟਾਈਮ ਆਪਣੀ ਸੇਵਾਵਾਂ ਨਿਭਾਈਆਂ, ਉੱਥੇ ਇਹਨਾਂ ਨੂੰ ਜਗ੍ਹਾ ਦਿੱਤੀ। ਪਰ ਜਦੋਂ ਹਾਲਾਤ ਜ਼ਿਆਦਾ ਵਿਗੜਦੇ ਗਏ, ਪਰਿਵਾਰ ਨੂੰ ਸੁਨੇਹਾ ਲਗਾਇਆ ਗਿਆ ਵੀ ਤੁਸੀਂ ਆਓ ਭਾਈ, ਤੁਹਾਡਾ ਬਾਪੂ ਬਿਮਾਰ ਆ। ਤਾਂ ਬੇਟਾ ਇਹਨਾਂ ਦਾ, ਇੱਕ ਬੇਟਾ ਦਾ ਚੜ੍ਹਾਈ ਕਰ ਗਿਆ ਸੀਗਾ, ਉਹਦਾ ਪੋਤਾ ਸੀ, ਉਹਦਾ ਬੇਟਾ ਇੱਕ ਇੱਥੇ ਅੱਜ ਆਇਆ ਹੋਇਆ ਰਤਨਦੀਪ ਸਿੰਘ ਖੜਾ ਨਹੀਂ ਸਾਡਾ ਛੋਟਾ ਭਰਾ, ਤੇ ਦੂਜਾ ਅਜਮੇਰ ਸਿੰਘ ਜਿਹੜਾ ਟਰੱਕਾਂ ਦਾ ਕੰਮ ਕਰਦਾ, ਉਹਦੇ ਟਰੱਕ ਪਾਏ ਹੋਏ ਆ। ਉਹ ਕਹਿੰਦਾ ਜੀ ਮੈਂ ਨਹੀਂ ਇਹਨੂੰ ਸਾਂਭ ਸਕਦਾ, ਇਹਨੇ ਕਿਹੜਾ ਸਾਨੂੰ ਪਾਲਿਆ, ਇਹ ਮਰੇ ਜਿੱਥੇ ਮਰਦਾ। ਬਾਬਾ ਜੀ ਉਹਨਾਂ ਨੇ ਜ਼ੋਰ ਪਾਉਣ ਤੇ, ਰਿਸ਼ਤੇਦਾਰਾਂ ਨੇ ਜ਼ੋਰ ਪਾਉਣ ਤੇ ਵੀ ਤੇਰੀ ਜ਼ਮੀਨ ਚਲੇ ਜਾਣੀ ਹੈ ਜੇ ਕਿਤੇ ਉੱਥੇ ਰਹਿ ਗਿਆ। ਬਾਬਾ ਜੀ ਉਹਨਾਂ ਨੇ ਵੀ ਕਹਿਤਾ ਵੀ ਜੇ ਨਹੀਂ ਲਿਜਾਣਾ ਫਿਰ ਕੋਈ ਨਾ, ਗੁਰੂ ਘਰ ਸਾਂਭ ਲਾਂਗੇ ਅਸੀਂ, ਜਿਹੜੀ ਜ਼ਮੀਨ 8 ਕਿੱਲੇ ਫਿਰ ਗੁਰੂ ਘਰ ਦੇ ਨਾਲ। ਉਹਦੇ ਡਰ 'ਚ, ਉਹਦੇ ਏਵੇ ਦੇ ਵਿੱਚ ਉਹ ਆਇਆ, ਆ ਕੇ ਬਾਪੂ ਜੀ ਨੂੰ ਲੈ ਗਿਆ ਤੇ ਲਿਜਾ ਕੇ ਇੱਕ ਕਮਰੇ ਦੇ ਵਿੱਚ ਪਾਤਾ ਜਿਹੜਾ ਥੱਲਿਓਂ ਕੱਚਾ ਸੀ। ਉਹ ਕਮਰੇ ਦੇ ਵਿੱਚ ਮੰਜੇ ਦੇ ਉੱਤੇ ਪਿਆ ਬਾਪੂ
3-3 4-4 ਮਹੀਨੇ ਪਿਛਲੇ ਬਾਪੂ ਕਹਿੰਦਾ ਮੈਂ ਅੰਦਰ ਪਿਆ, ਉਹਨੂੰ ਮਿਹਨਤਾਂ ਕਰ ਦਿੰਦਾ, ਮੈਨੂੰ ਨਮਾ ਦੇ ਨਮਾਉਂਦਾ ਵੀ ਨਹੀਂ। ਮੇਰੇ ਕਹਿੰਦਾ ਇੱਕ ਵਾਰੀ ਮੈਂ ਨਹਾਉਣ ਨੂੰ ਕਿਹਾ, ਮੈਨੂੰ ਥੱਪੜਾ ਨਾਲ ਕੁੱਟਿਆ ਉਹਨੇ। 1 ਸਾਲ ਦੀ ਲੈਟਰੀਨ ਆ ਜਿਹੜੀ ਕਰੀਬ ਉਹ ਮੰਜੇ ਦੇ ਥੱਲੇ ਢੇਰ ਲੱਗੇ ਪਈ, ਸੁੱਕੀ ਪਈ ਸੀ ਮਿੰਗਣਾ ਵਾਂਗ। ਸਾਧੂ ਸਿੰਘ ਜੀ ਇਹ ਬਾਈ ਜੀ ਖੜੇ ਨੇ, ਇਹ ਆਪਣੇ ਦੋਸਤ ਨੂੰ ਇਹਨਾਂ ਦੇ ਨਾਲ ਸੇਵਾ ਕਰਦੇ ਰਹੇ ਕਿਤੇ ਲੰਬਾ ਸਮਾਂ। ਇਹ ਮਿਲਣ ਲਈ ਗਏ ਘਰੇ, ਜਦੋਂ ਘਰੇ ਮਿਲਣ ਗਏ, ਕੁਦਰਤ ਬੜੀ ਬਲਵਾਨ ਆ, ਕੁਦਰਤ ਤੋਂ ਹੀ ਘਰੇ ਉਹਨਾਂ ਦਾ ਬੇਟਾ ਹੈ ਨਹੀਂ ਸੀ। ਇਹ ਅੰਦਰ ਗਏ, ਛੋਟੀ ਜੀ ਬੱਚੀ ਬੈਠੀ, ਉਹਨੇ ਦੱਸਤਾ ਵੀ ਦਾਦਾ ਜੀ ਇੱਥੇ ਕਮਰੇ 'ਚ ਪਏ ਨੇ। ਇਹਨਾਂ ਨੇ ਜਦੋਂ ਹਾਲਤ ਦੇਖੀ, 2017 'ਚ ਅਸੀਂ ਵੀ ਸ਼ੁਰੂਆਤ ਦੇ ਵਿੱਚ 2016 ਸੇਵਾ ਸ਼ੁਰੂ ਹੋਈ ਸੀ, ਇਹਨਾਂ ਨੇ ਸਾਡੀਆਂ ਕੁਝ ਵੀਡੀਓ ਦੇਖੀਆਂ ਸੀ, ਇਹਨਾਂ ਨੇ ਸਾਨੂੰ ਫੋਨ ਕੀਤਾ ਉੱਥੋਂ। ਅਸੀਂ ਕਹੀ ਤੁਸੀਂ ਸਾਨੂੰ ਵੀਡੀਓ ਬਣਾ ਕੇ ਭੇਜੋ। ਇਹਨਾਂ ਨੇ ਇੱਕ ਹਨੇਰ ਕਮਰੇ ਇਹਦੇ ਵਿੱਚ ਇੱਕ ਸਾਨੂੰ ਵੀਡੀਓ ਬਣਾ ਕੇ ਭੇਜੀ, ਜਿਹਦੇ ਵਿੱਚ ਇਸ ਤਰ੍ਹਾਂ ਬਾਪੂ ਪਿਆ ਵਿਚਾਰਾ ਮੰਜੇ ਦੇ ਉੱਤੇ, ਨਾ ਥੱਲੇ ਕੁਝ ਵਿਛਾਇਆ ਹੋਇਆ, ਹੱਡੀਆਂ ਦਾ ਪਿੰਜਰ, ਲੈਟਰੀਨ ਨਾਲ ਲੱਤਾਂ ਬਾਹਾਂ ਲਿਬੜੀਆਂ ਪਈਆਂ, ਦਾੜੇ ਤੱਕ ਟਾਇਲਟ ਲੱਗੀ ਪਈ। ਇਹ ਦੇਖ ਕੇ ਸਾਡੀ ਵੀ ਰੂਹ ਕੰਬ ਗਈ। ਅਸੀਂ ਬਾਪੂ ਜੀ ਨੂੰ ਕਿਹਾ ਵੀ ਅੱਜ ਤਾਂ ਸ਼ਾਮ ਹਨੇਰਾ ਹੋ ਜਾਣਾ, ਕੱਲ ਨੂੰ ਸਵੇਰੇ ਆਉਣੇ ਆ। ਦੂਸਰੇ ਦਿਨ ਅਸੀਂ ਇੱਥੋਂ ਚੱਲ ਪਏ ਜੀ। ਅਸੀਂ ਸਤੰਬਰ ਦੇ ਵਿੱਚ ਦੇ ਮਹੀਨਾ ਸੀ ਉਦੋਂ, ਅਸੀਂ ਉੱਥੇ ਬਾਪੂ ਜੀ ਦੇ ਘਰ ਪਹੁੰਚੇ ਜੀ 20 ਤਰੀਕ ਨੂੰ, 20/9/2017 ਨੂੰ। ਅਸੀਂ 4 ਜਾਣੇ ਸੀ ਜੀ, 5 ਬਾਪੂ ਦੇ ਘਰੇ। ਤੁਸੀਂ ਸੋਚੋ ਕਿਸੇ ਦੇ ਘਰੋਂ ਡੰਡਾ ਚੱਕਣਾ ਖਾਲਾ ਜੀ ਦਾ ਬਾੜਾ ਨਹੀਂ, ਕਿਸੇ ਦਾ ਬਾਪੂ ਲੈ ਕੇ ਆਉਣਾ ਚੱਕ ਕੇ, ਇਹ ਛੋਟੀ ਗੱਲ ਨਹੀਂ ਸੀ। ਪਰ ਉਸ ਅਕਾਲ ਪੁਰਖ ਵਾਹਿਗੁਰੂ ਨੇ, ਅੱਜ ਅਸੀਂ ਸੋਚਦੇ ਹੁੰਦੇ ਕਈ ਵਾਰੀ ਵੀ ਕਿੱਡਾ ਵੱਡਾ ਰਿਸਕ ਸੀ ਉਹ। ਅਸੀਂ ਜਾ ਬੜੇ ਕਿਸੇ ਦੇ ਘਰੇ, ਕੁਝ ਵੀ ਹੋ ਸਕਦਾ ਸੀ ਉੱਥੇ, ਪਰ ਜਦੋਂ ਵਾਹਿਗੁਰੂ ਨਾਲ ਹੁੰਦੇ ਨੇ ਸੱਚੇ ਪਾਤਸ਼ਾਹ, ਇਹਨਾਂ ਨੇ ਸਾਨੂੰ ਰਾਹ ਦਿਖਾਤਾ ਵੀ ਆਹ ਘਰ ਆ, ਮੂਹਰੇ ਲਾ ਕੇ ਮੋਟਰਸਾਈਕਲ। ਅਸੀਂ ਅੰਦਰ ਜਾ ਬੜੇ, ਉਹੀ ਗੱਲ, ਨਿੱਕੀ ਜੀ ਬੱਚੀ ਮੂਹਰੇ ਬੈਠੀ, ਟੀਵੀ ਚੱਲੇ, ਉੱਚੀ ਆਵਾਜ਼ 'ਚ ਕੀਰਤਨ ਚੱਲੇ। ਤੇ ਅਸੀਂ ਜਾ ਕੇ ਬੱਚੀ ਨੂੰ ਪੁੱਛਿਆ ਵੀ ਕਿੱਥੇ ਆ ਦਾਦਾ ਜੀ? ਉਹ ਕਹਿੰਦੀ ਉਹ ਕਮਰੇ 'ਚ ਆ, ਬਾਪੂ ਉੱਥੇ ਪਿਆ। ਬਾਪੂ ਸਾਨੂੰ ਦੇਖ ਕੇ ਤਾਂ ਅਸੀਂ ਰੋਣ ਹੀ ਲੱਗ ਗਿਆ। ਕਹਿੰਦਾ ਮੈਨੂੰ ਐਂ ਲੱਗਦਾ ਸੀ, ਕਹਿੰਦਾ ਵੀ ਇੱਕ ਦਿਨ ਤਾਂ ਰੱਬ ਮੇਰੀ ਸੁਣੂਗਾ। ਬਾਪੂ ਦੀ ਹਾਲਤ ਦੇਖ ਕੇ ਸਾਡੇ ਵੀ ਰੂਹ ਕੰਬ ਗਈ ਵੀ ਇੱਕ ਬਜ਼ੁਰਗ ਸ੍ਰੀ ਸਾਹਿਬ ਕੰਧ ਦੇ ਉੱਤੇ ਟੰਗਿਆ ਹੋਇਆ, ਬਾਪੂ ਕਹਿੰਦਾ ਗੰਦੇ ਮੰਦੇ ਹੱਥ ਲੱਗਦੇ ਸੀ, ਮੈਂ ਲਾਤਾ। ਪਾਣੀ ਦੀ ਹਰੇ ਰੰਗ ਦੀ ਕੋਲੇ ਬੋਤਲ ਪਈ ਜਿਹੜੀ ਉਹ ਦਿਖਾਈ ਦਿੰਦੀ ਆ, ਉਹ ਵੀ ਅੱਧੀ ਗੰਦੇ ਪਾਣੀ ਨਾਲ ਭਰੀ ਹੋਈ, ਅੱਧੀ ਟਾਇਲਟ ਨਾਲ ਲਿਬੜੀ ਹੋਈ, ਹੱਥ ਲੱਗੇ ਹੋਏ ਉਵੇਂ ਗੰਦੇ। ਬਾਪੂ ਨੌਹਾਂ ਦੇ ਵਿੱਚ ਜਿਹੜੇ ਲੰਬੇ ਨੌਹ, ਪੈਰਾਂ ਦੇ ਵਿੱਚ ਜਿਹੜੇ ਲੰਬੇ ਨੌਹ, ਉਹਨਾਂ 'ਚ ਵੀ ਟਾਇਲਟ ਫਸੀ ਹੋਈ। ਬਾਪੂ ਜੀ ਨੂੰ ਅਸੀਂ ਉੱਥੇ 2-4 ਗੱਲਾਂ ਕੀਤੀਆਂ। ਜਦ ਨੂੰ ਇਹਦਾ ਉਹ ਲਾਲਚੀ ਪੁੱਤ, ਉਹ ਕਲਯੁਗੀ ਪੁੱਤ ਅਜਮੇਰ ਸਿੰਘ ਆ ਗਿਆ। ਕਮਰੇ ਜਾ ਕੇ ਹਾਥ ਹੂਤ ਰੌਲਾ ਪਾਉਣ ਲੱਗ ਗਿਆ, ਤੁਸੀਂ ਕਿਵੇਂ ਕਰੋਗੇ, ਇਹ ਕਰਾਂਗੇ, ਮੈਂ ਕਰ ਦੂੰ। ਅਸੀਂ ਕਿਸੇ ਵੀ ਤਰੀਕੇ ਗੁਰੂ ਨੇ ਕਿਰਪਾ ਕੀਤੀ, ਮਨਾ ਕੇ ਵੜਿਆ ਕੇ ਅਸੀਂ ਕਿ ਚੱਲ ਆਪਾਂ ਬਾਹਰ ਤਾਂ ਕੱਢੀਏ, ਇੱਥੋਂ ਗੰਦ ਚੁੱਤ ਨਮਾਈਏ ਤਾਂ ਸਹੀ। ਇਹ ਕਹਿ ਕੇ ਅਸੀਂ ਬਾਹਰ ਲਿਆਏ। ਅਸੀਂ ਗੱਡੀ 'ਚ ਰੱਖੀ, ਉਹ ਲੱਤਾਂ ਤੋਂ ਫੜ ਕੇ ਖਿੱਚੇ, ਮੈਂ ਨਹੀਂ ਜਾਣ ਦੇਣਾ, ਤੁਸੀਂ ਜ਼ਮੀਨ ਦੇ ਮਾਰੇ ਆਏ ਹੋ, ਤੁਹਾਨੂੰ ਜ਼ਮੀਨ ਦਾ ਲਾਲਚ ਆ। ਪਰ ਇਹ ਸਾਰੀ ਜਿੱਦੋ ਜਹਿਦ ਕਰਦੇ ਹੋਏ ਕਹਿੰਦਾ ਸਾਨੂੰ, ਮੈਨੂੰ ਪਤਾ ਤੁਹਾਨੂੰ ਕਿਹਨੇ ਭੇਜਿਆ, ਕਹਿੰਦਾ ਮੈਨੂੰ ਪਤਾ ਤੁਹਾਨੂੰ ਕਿਹਨੇ ਭੇਜਿਆ ਇੱਥੇ। ਇਹ ਗੱਲ ਮੈਂ ਕਿਹਾ ਭਰਾਵਾ ਸਾਨੂੰ ਕਿਸੇ ਨੇ ਨਹੀਂ ਭੇਜਿਆ, ਨਾ ਸਾਨੂੰ ਜ਼ਮੀਨਾਂ ਚਾਹੀਦੀਆਂ। ਕਹਿੰਦਾ ਮੈਨੂੰ ਪਤਾ ਕਿਹਨੇ ਭੇਜਿਆ, ਇਹ ਇਹਨਾਂ ਦੀ ਬੇਟੀ ਹੈ। ਕੋਈ ਨਾ ਭੈਣੇ, ਬਹੁਤ ਧੰਨਵਾਦ, ਤੂੰ ਆਈ ਹੈ ਇੱਥੇ, ਤੂੰ ਆਈ, ਬਹੁਤ ਧੰਨਵਾਦ ਤੇਰਾ। ਇਹਦਾ ਨਾਂ ਲੈ ਕੇ ਕਹਿੰਦਾ ਮੈਨੂੰ ਪਤਾ ਤੁਹਾਨੂੰ ਮੇਰੇ ਭਾਣਜੇ ਨੇ ਭੇਜਿਆ। ਕਹਿੰਦਾ ਉਹ ਜ਼ਮੀਨ ਦਾ ਮਾਰਾ ਹੀ ਆ, ਕਰਦਾ ਸਾਰਾ ਕੁਝ। ਇਹਦਾ ਭਾਣਜਾ ਇਹਨਾਂ ਦਾ ਆਇਆ ਬਾਪੂ ਦਾ, ਜਿਹਦੇ ਕੋਲ ਬਾਪੂ ਲੈਣ ਵੀ ਆਇਆ ਸੀ ਇੱਕ ਵਾਰੀ ਉਹ ਇਹਨੂੰ, ਬਾਪੂ ਨੂੰ। ਤੇ ਅਸੀਂ ਚਲੋ ਕਿਸੇ ਨਾ ਕਿਸੇ ਕਰਕੇ ਗੱਡੀ 'ਚ ਰੱਖਿਆ ਬਾਪੂ ਨੂੰ। ਇਹਦਾ ਮੁੰਡਾ ਕਹੇ ਜੀ ਮੈਂ ਤਾਂ ਸਪਰੇਅ ਪੀਣਾ, ਮੈਂ ਮਰ ਜੂ। ਪਤਾ ਨਹੀਂ ਪ੍ਰਮਾਤਮਾ ਦੀ ਕੀ ਕਿਰਪਾ ਸੀ ਉਸ ਦਿਨ ਸਾਡੇ ਤੇ ਵੀ। ਅਸੀਂ ਉਸ ਦਿਨ ਇਹ ਜਿਹੜਾ ਫੈਸਲਾ ਲਿਆ, ਅਸੀਂ ਉਹਨੂੰ ਕਿਹਾ ਵੀ ਭਾਈ ਜੇ ਤੂੰ ਮਰਨਾ, ਤੂੰ ਤਾਂ ਮਰਿਆ ਹੀ ਹੋਇਆ, ਜਿਹਨੇ ਬਾਪ ਦੇ ਆਹ ਹਾਲਾਤ ਕਰਤੇ, ਜਾਂ ਤੂੰ ਪੀ ਲਾ ਸਪਰੇਅ। ਬਸ ਉਹਨੇ ਰੌਲਾ ਰੂਲਾ ਪਾਇਆ, ਉੱਚੀ ਗਾਲਾਂ ਕੱਢਣ ਲੱਗ ਗਿਆ। ਆਲੇ ਦੁਆਲੇ ਦੇ ਲੋਕ ਇਕੱਠੇ ਹੋ ਕੇ ਮਹੱਲੇ ਦੇ ਬਾਹਰ ਆ ਗਏ ਸੀ, ਉਹਨਾਂ ਨੂੰ ਪੁੱਛਿਆ ਵੀ ਭਾਈ ਇਹ ਸਹੀ ਗੱਲ ਆ। ਲੋਕਾਂ ਨੇ ਵੀ ਸਾਡਾ ਸਾਥ ਦਿੱਤਾ, ਗੱਡੀ 'ਚ ਪਾਇਆ, ਡੇਰੇ ਤੇ ਲੈ ਆਏ ਬਾਬਾ ਜੀ ਹੁਣਾਂ ਕੋਲੇ। ਚਲੋ ਉੱਥੇ ਬਾਬਾ ਜੀ ਹੁਣਾਂ ਨੇ ਵੀ ਸਾਥ ਦਿੱਤਾ, ਉੱਥੇ ਮਗਰ ਆ ਗਿਆ। ਇਹਨਾਂ ਨੇ ਵੀ ਉਹਨੂੰ ਸਮਝਾਇਆ, ਬਾਬਾ ਜੀ ਹੁਣਾਂ ਨੇ ਵੀ ਭਾਈ ਚੰਗੇ ਥਾਂ ਚੱਲਿਆ, ਕੋਈ ਗੱਲ ਨਹੀਂ, ਥੋਤੋਂ ਨਹੀਂ ਸਾਂਭ ਹੁੰਦਾ, ਉਹ ਸਾਂਭ ਲੈਣਗੇ। ਸਾਧੂ ਸਿੰਘ ਜੀ ਨੇ ਵੀ ਬਹੁਤ ਉਹਨਾਂ ਦੀ ਸਮਝਾਇਆ ਉਹਨੂੰ। ਉਸ ਤੋਂ ਬਾਅਦ ਬਾਪੂ ਜੀ ਨੂੰ ਅਸੀਂ ਇੱਥੇ ਲੈ ਕੇ ਆਏ। ਰਸਤੇ 'ਚ ਬਾਪੂ ਜੀ ਨੇ ਭੁੱਖ, ਕਹਿੰਦਾ ਮੈਨੂੰ ਲੱਗੀ ਹੋਈ ਹੈ, ਕੁਝ ਖਵਾ ਦਿਓ। ਰੋਟੀ ਖਵਾਈ, 4-5 ਫੁਲਕੇ ਬਾਪੂ ਜੀ ਖਾ ਗਏ। ਫਿਰ ਇੱਥੇ ਉਦੋਂ ਅਸੀਂ ਬਾਰਨਹਾੜੇ ਹੁੰਦੇ ਸੀ, ਖੇਤਾਂ ਦੇ ਵਿੱਚ ਹੀ ਸਾਡਾ ਇੱਕ ਘਰ ਬਣਾਇਆ ਸੀ, ਟੈਂਟ ਲਾ ਕੇ, ਤੰਬੂ ਲਾ ਕੇ ਅਸੀਂ ਉੱਥੇ ਰਹਿੰਦੇ ਸੀ। ਉੱਥੇ ਬਾਪੂ ਨੇ ਸਾਡੇ ਨਾਲ ਫਿਰ ਸਮਾਂ ਬਤੀਤ ਕੀਤਾ। ਹਸਪੀਟਲ ਦਾਖਲ ਰਹੇ। ਜਿੱਦਣ ਹਸਪੀਟਲ ਦਾਖਲ ਕਰਾਇਆ, ਖੂਨ ਚੈੱਕ ਕਰਾਇਆ, ਬਾਪੂ ਦੇ ਟੈਸਟ ਕਰਾਏ। ਬਾਪੂ ਦੇ ਵਿੱਚ 3.25 ਗ੍ਰਾਮ ਖੂਨ ਸੀ। 6 ਫੁੱਟ ਦਾ ਬੰਦਾ
36 ਕਿਲੋ ਭਾਰ ਸੀ ਤੇ ਪੌਣੇ 3 ਗ੍ਰਾਮ HB ਸੀਗਾ, ਖੂਨ ਸੀ ਬਾਪੂ 'ਚ। ਦੂਸਰੇ ਦਿਨ ਇਹਦਾ ਬੇਟਾ ਪਹੁੰਚਿਆ ਸਾਡੇ ਕੋਲੇ ਮਗਰ, ਇੱਕ ਬੈਂਕ ਦੀ ਕਾਪੀ ਲੈ ਕੇ 4-5 ਬੰਦਿਆਂ ਨੂੰ ਨਾਲ ਲੈ ਕੇ। ਉਹ ਆਇਆ ਸੀ ਦੇਖਣ ਵਾਕਿਆ ਹੀ ਕਿੱਥੇ ਆ, ਤੇ ਜਦੋਂ ਉਹਨੂੰ ਤਸੱਲੀ ਹੋ ਗਈ ਵੀ ਹਾਂ ਸਹੀ ਥਾਂ ਤੇ ਆ, ਉਦੋਂ ਬਾਅਦ ਚੋਂ ਪਿਓ ਦਾ ਪੁੱਤ ਇੱਕ ਵਾਰ ਨਹੀਂ ਆਇਆ। ਬੜੀ ਵਾਰ ਉਹਨੂੰ ਫੋਨ ਕੀਤੇ। ਪਿਛਲੇ ਪੌਣੇ 5 ਸਾਲਾਂ ਦੇ ਵਿੱਚ ਬਾਪੂ ਜੀ ਕਈ ਵਾਰੀ ਬਿਮਾਰ ਹੋਏ, ਕਈ ਵਾਰੀ ਮੌਤ ਦੇ ਨੇੜਿਓਂ ਮੁੜ ਕੇ ਆਏ, ਪਰ ਉਹ ਨਹੀਂ ਆਇਆ। ਬਾਪੂ ਜੀ ਵੀ ਬਹੁਤ ਤਕੜੇ ਹੋ ਗਏ ਸੀ। ਆ ਵੀਲ ਚੇਅਰ ਤੇ ਬੈਠਣ ਦੀ ਤਸਵੀਰਾਂ ਬਾਬਾ ਜੀ ਐਨ ਹੋਇਆ ਮਾੜਾ ਜਿਹਾ, ਆ ਦੇਖੋ ਤੁਸੀਂ ਦੇਖ ਸਕਦੇ ਹੋ, ਕਿਉਂਕਿ ਅਧਰੰਗ ਹੋਣ ਕਰਕੇ ਸਰੀਰ ਖੜ ਗਿਆ ਸੀਗਾ, ਜਿਹਦੇ ਕਰਕੇ ਚੱਲ ਫਿਰ ਤਾਂ ਨਹੀਂ ਸਕੇ, ਪਰ ਵੀਲ ਚੇਅਰ ਤੇ ਆਪਦੀ ਵਧੀਆ ਜ਼ਿੰਦਗੀ ਬਤੀਤ ਕਰਦੇ, ਸ਼ਬਦ ਲਾਉਂਦੇ। ਆਵਾਜ਼ ਬੜੀ ਗੜਕਵੀਂ ਸੀ ਇਹਨਾਂ ਦੀ, ਬਿਨਾਂ ਮੈਕ ਤੋਂ ਵੀ ਉੱਚੀ ਉੱਚੀ ਤੜਕੇ 2 ਵਜੇ ਸ਼ਬਦ ਲਾਉਣ ਲੱਗ ਜਾਂਦੇ ਸੀ ਇਹ ਬੈਠ ਕੇ। ਸਾਲ ਕੁ ਪਹਿਲਾਂ ਬਾਪੂ ਜੀ ਦੇ ਭਰਾ ਦੀ ਡੈਥ ਹੋ ਜਾਂਦੀ ਹੈ, ਤਾਂ ਬਾਪੂ ਜੀ ਦੇ ਰਿਸ਼ਤੇਦਾਰ ਨੇ ਬਾਈ ਜੀ ਸਰਪੰਚ ਸਾਹਿਬ ਕਿੱਥੇ ਨੇ ਜੀ, ਬਾਈ ਭੂਰਾ ਸਿੰਘ ਜੀ ਆ ਹੁਣੇ ਸੀਗੇ ਨਾਲ ਆਏ ਆ, ਮੈਨੂੰ ਮਿਲੇ ਆ। ਸਰਪੰਚ ਸਾਹਿਬ ਆਇਓ ਮਾੜਾ ਜਿਹਾ। ਸਰਪੰਚ ਸਾਹਿਬ ਨੇ ਸਾਨੂੰ ਫੋਨ ਕੀਤਾ ਵੀ ਯਾਰ ਇਹਦੇ ਭਰਾ ਦੀ ਮੌਤ ਹੋ ਗਈ ਆ, ਵੀ ਜੇ ਤੁਸੀਂ ਉਹਦੇ ਦਰਸ਼ਨ ਕਰਾ ਦਵੋ ਇਹਦੇ ਆਖਰੀ, ਵੀ ਚੱਲ ਭਰਾ ਨੂੰ ਮਿਲ ਲਓ। ਅਸੀਂ ਬਾਈ ਸਰਪੰਚ ਸਾਹਿਬ ਇਹਨਾਂ ਦਾ ਬਹੁਤ ਅਸੀਂ ਸਲਾਹੁਤ ਕਰਦੇ ਹਾਂ, ਧੰਨਵਾਦ ਕਰਦੇ ਹਾਂ। ਇਹ ਬਹੁਤ ਗੇੜੇ ਮਾਰੇ ਇਹਨਾਂ ਨੇ ਮਗਰ, ਜਦੋਂ ਵੀ ਕਿਤੇ ਆਉਣਾ ਇੱਧਰੋਂ ਜਾਣਾ ਇਹਨਾਂ ਨੇ ਮਿਲ ਕੇ ਜਾਣਾ ਬਾਪੂ ਨੂੰ। ਬਾਪੂ ਵੀ ਹਮੇਸ਼ਾ ਇਹਦਾ ਹੀ ਨਾਂ ਲੈਂਦਾ ਸੀ ਵੀ ਮੇਰੇ ਯਾਰ ਤੁਸੀਂ ਮਾਸੀ ਦੇ ਪੁੱਤ ਸੀ ਇਹਨਾਂ ਦੇ, ਵੀ ਮਾਸੀ ਦੇ ਪੁੱਤ ਨਾਲ ਮੇਰੀ ਗੱਲ ਕਰਾ ਦਿਓ ਜਾਂ ਉਹਨੂੰ ਬੁਲਾ ਦਿਓ, ਮੇਰਾ ਮਿਲਣ ਨੂੰ ਜੀ ਕਰਦਾ। ਇਹਨਾਂ ਨੇ ਮਿਲ ਕੇ ਵੀ ਜਾਣਾ। ਤੇ ਜਾਂ ਸਾਧੂ ਸਿੰਘ ਬਾਈ ਜੀ ਸਾਡੇ ਕੋਲ ਰਹਿ ਕੇ ਵੀ 1 ਮਹੀਨਾ 1.5 ਮਹੀਨਾ ਸੇਵਾ ਵੀ ਕਰਾ ਕੇ ਗਏ। ਫਿਰ ਬਾਪੂ ਦੇ ਪੋਤੇ ਵਾਸਤੇ ਜਦੋਂ ਬਾਪੂ ਨੇ ਸਾਨੂੰ ਦੱਸਿਆ ਵੀ ਮੇਰਾ ਪੋਤਾ, ਇਹਨੂੰ ਕਿਸੇ ਨੇ ਦੱਸਿਆ ਵੀ ਉਹ ਗਲਤ ਰਾਹ ਪੈ ਚੱਲਿਆ ਬੱਚਾ ਤੇਰਾ, ਵੀ ਉਹਨੂੰ ਸੰਭਾਲ। ਬਾਪੂ ਨੇ ਸਾਨੂੰ ਕਿਹਾ, ਅਸੀਂ ਬੜੀਆਂ ਮਿਹਨਤਾਂ ਕਰ ਇਹਨੂੰ ਰਤਨਜੀਤ ਨੂੰ, ਇੱਥੇ ਰਤਨਦੀਪ, ਇਹਨੂੰ ਸੱਦਿਆ। ਚਲੋ ਇਹ ਵੀ ਸਾਡੇ ਕੋਲ ਗੇੜਾ ਮਾਰਦਾ, ਇਹਨੂੰ ਮਿਲ ਕੇ ਬੜਾ ਹੌਸਲਾ ਹੁੰਦਾ ਬਾਪੂ ਨੂੰ। ਇਹਨੂੰ ਬਹੁਤ ਉਹ ਕਹਿੰਦਾ ਸੀ ਤੂੰ ਮੇਰੇ ਕੋਲ ਰਹਿ ਪਾ। ਮੈਂ ਵੀ ਇਹਨੂੰ ਬਹੁਤ ਕਿਹਾ ਵੀ ਤੂੰ ਇੱਥੇ ਸਾਡੇ ਕੋਲ ਰਹਿ ਪਾ, ਅਸੀਂ ਤੈਨੂੰ ਤਨਖਾਹ ਦੇ ਦਿਆ ਕਰਾਂਗੇ, ਤੂੰ ਸਾਡੇ ਨਾਲ ਸੇਵਾ ਕਰਾ ਲਾ, ਵੀ ਚੱਲ ਕਿਸੇ ਤਰੀਕੇ ਦੀ ਅੱਖਾਂ ਦੇ ਸਾਹਮਣੇ ਰਹੇਂਗਾ, ਇਹਦਾ ਕਾਲਜਾ ਠਰਦਾ ਰਹੂਗਾ। ਪਰ ਇਹ ਵੀ ਪਿਓ ਦਾ ਪੁੱਤ ਮੰਨਿਆ ਨਹੀਂ। ਇਹ ਕਹਿੰਦਾ ਨਹੀਂ ਜੀ ਮੈਂ ਆਹ ਕਰਨਾ, ਮੈਂ ਉਹ ਕਰਨਾ। ਬਾਪੂ ਨੂੰ ਇਹ ਵੀ ਪਤੰਦਰ ਕਹੇ ਮੇਰੇ 4 ਕਿੱਲੇ ਜ਼ਮੀਨ ਦੇ ਮੈਂ ਲਿਮਟ ਚੱਕਣੀ ਆ, ਨਾ ਕਰਾ ਦੇ ਫਲਾਨਾ। ਉਹ ਬਾਪੂ ਦੇ ਦਿਲ ਤੇ ਸੱਟਾਂ ਬਾਰ-ਬਾਰ ਲੱਗਦੀਆਂ ਰਹੀਆਂ। ਬੱਚਾ ਸੀ ਸ਼ਾਇਦ ਇਹਨੂੰ ਨਹੀਂ ਸੀ ਸਮਝ ਇਸ ਗੱਲ ਦੀ। ਚਲੋ ਅਸੀਂ ਇਹਨੂੰ ਮਾੜਾ ਚੰਗਾ ਨਹੀਂ ਕਹਿੰਦੇ, ਵੱਡਿਆਂ ਨੂੰ ਸੀ ਜਿਹੜੀ ਸਮਝ, ਤਾਂ ਉਹਨਾਂ ਨੇ ਨਹੀਂ ਕੁਛ ਕੀਤਾ। ਫਿਰ ਜਦੋਂ ਬਾਪੂ ਜੀ ਦੇ ਭਰਾ ਦੀ ਡੈਥ ਹੋਈ, ਸੰਸਕਾਰ ਤੇ ਸਾਡੇ ਟੀਮ ਦੇ ਮੈਂਬਰ ਇੱਥੋਂ ਗੱਡੀ 'ਚ ਲੈ ਕੇ ਗਏ, ਵਾਪਸ ਲੈ ਕੇ ਆਏ। ਬਾਪੂ ਨੂੰ ਉਮੀਦ ਸੀ ਵੀ ਮੈਂ ਉੱਥੇ ਰਹੂੰਗਾ ਭੋਗ ਤੱਕ, ਨਹੀਂ ਰਿਹਾ। ਨਹੀਂ ਉੱਥੇ ਉਹਨੂੰ ਉਸ ਤਰ੍ਹਾਂ ਦਾ ਮਾਹੌਲ ਮਿਲਿਆ। ਭੋਗ ਤੇ ਵੀ ਗਏ। ਭੋਗ ਤੇ ਗਏ ਨੂੰ ਤੇਰੇ ਚਾਚੇ ਨੇ ਕੀ ਗੱਲ ਹੋ ਗਈ ਸੀ ਪੁੱਤ ਉਦੋਂ? ਉਹਨੇ ਗਾਲਾਂ ਕੱਢੀਆਂ ਨੂੰ ਉੱਥੇ ਗਏ ਨੂੰ। ਉਹ ਕਹਿੰਦੇ ਆਧਾਰ ਕਾਰਡ ਨਹੀਂ ਸਮਾਨ ਮੰਗਿਆ ਜਦੋਂ, ਹਾਂ ਜਦੋਂ ਉਦੋਂ ਲੜਿਆ ਸੀ। ਯਾਨੀ ਕਿ ਉੱਥੇ ਗਏ ਨੂੰ ਬਾਪੂ ਨੂੰ ਇਹਦੇ ਪੁੱਤ ਨੇ ਗਾਲਾਂ ਕੱਢੀਆਂ ਭੋਗ ਤੇ। ਸਾਡੇ ਟੀਮ ਦੇ ਮੈਂਬਰਾਂ ਨੇ ਵੀ ਆ ਕੇ ਦੱਸਿਆ, ਬਾਪੂ ਵੀ ਮੇਰੇ ਕੋਲੇ ਬਹੁਤ ਰੋਇਆ ਜੀ। ਆ ਕੇ ਸਾਨੂੰ ਐਂ ਲੱਗਦਾ ਸੀ ਬਾਪੂ ਆਪਦੇ ਭਰਾ ਨੂੰ ਰੋਂਦਾ, ਪਰ ਕੁਝ ਸਮੇਂ ਬਾਅਦ ਸਾਨੂੰ ਪਤਾ ਲੱਗਿਆ ਵੀ ਬਾਪੂ ਭਰਾ ਨੂੰ ਨਹੀਂ, ਆਪਦੇ ਹਾਲਾਤਾਂ ਨੂੰ ਰੋਂਦਾ ਹੈ। ਫਿਰ ਅਸੀਂ ਪਤਾ ਕੀਤਾ, ਵਲੰਟੀਅਰਾਂ ਤੋਂ ਪਤਾ ਕੀਤਾ। ਇਹਨੇ ਵੀ ਫਿਰ ਸਾਨੂੰ ਇਹ ਦੱਸੀ ਗੱਲ, ਰਤਨਦੀਪ ਨੇ, ਵੀ ਚਾਚੇ ਨੇ ਬਹੁਤ ਗਾਲਾਂ ਕੱਢੀਆਂ, ਬਹੁਤ ਗੰਦੇ ਲਫ਼ਜ਼ ਬੋਲੇ ਇਹਨੂੰ। ਬਸ ਉਸ ਤੋਂ ਬਾਅਦ ਸਰਦਾਰ ਬੇਅੰਤ ਸਿੰਘ ਢਿੱਲੋਂ ਉਸ ਲਾਲਚੀ ਔਲਾਦ ਦੇ ਉਹ ਗੰਦੇ ਲਫ਼ਜ਼ਾਂ ਦੇ ਮਾਰਿਆ ਅੰਦਰੋਂ ਮਰ ਗਿਆ। ਫਿਰ ਬਾਪੂ ਅੰਦਰੋਂ ਬੁੱਝ ਗਿਆ, ਸਿਰਫ ਇੱਕ ਜਿੰਦਾ ਲਾਸ਼ ਵਾਂਗ ਬਾਪੂ ਇੱਥੇ ਰਹਿਣ ਲੱਗ ਗਿਆ। ਫਿਰ ਬਾਪੂ ਦੀ ਸ਼ੂਗਰ ਬਹੁਤ ਵੱਧ ਜਾਂਦੀ ਜਾਂ ਘਟ ਜਾਂਦੀ, ਆਪਦਾ ਧਿਆਨ ਨਾ ਰੱਖਦੇ। ਫਿਰ ਜਿਹੜੇ ਸ਼ਬਦ ਲਾਉਂਦੇ ਸੀ ਰੋਜ਼, ਉਹ ਵੀ ਬੰਦ ਕਰਤੇ। ਗੁਰਦੁਆਰਾ ਸਾਹਿਬ ਜਾਣਾ ਬੰਦ ਕਰਤਾ। ਧੌਣ ਸਿੱਟ ਕੇ ਸਾਰਾ ਦਿਨ ਐਂ ਬੈਠੇ ਰਹਿਣਾ। ਮੈਂ ਕਈ ਵਾਰੀ ਬੁਲਾਉਣਾ, ਛੇੜਨਾ, ਸਾਡੇ ਵਲੰਟੀਅਰਾਂ ਨੇ ਕਹਿਣਾ, ਪਰ ਨਹੀਂ। ਉਸ ਤੋਂ ਬਾਅਦ ਬਾਪੂ ਨੇ ਸਿਰ ਨਹੀਂ ਚੱਕਿਆ। ਫਿਰ ਬਸ ਹਸਪਤਾਲਾਂ ਦੇ ਗੇੜੇ ਸ਼ੁਰੂ ਹੋ ਗਏ। ਅੱਜ ਫਲਾਣੇ ਹਸਪਤਾਲ ਟੈਸਟ ਹੋਣੇ ਆ, ਉੱਥੇ ਹੋਣੇ ਆ, ਕਿਤੇ ਕੁਛ ਕਿਤੇ ਕੁਛ। ਯਾਨੀ ਕਿ ਉਸ ਤੋਂ 1 ਸਾਲ ਦੇ ਅੰਤਰਾਲ ਦੇ ਵਿੱਚ ਕਰੀਬ 4-5 ਮਹੀਨੇ ਬਾਪੂ ਨੇ ਹਸਪਤਾਲ 'ਚ ਹੀ ਕੱਢੇ। ਫਿਰ ਅਸੀਂ ਫੋਨ ਕਰਨਾ ਇਹਦੇ ਪੋਤੇ ਨੂੰ ਵੀ ਮਿਲ ਜਾ, ਇਹਨੂੰ ਬਾਪੂ ਨੇ ਰੋਣਾ ਵੀ ਮੇਰੇ ਪੋਤੇ ਨੂੰ ਬੁਲਾ ਦਿਓ, ਮੈਂ ਖਬਰ ਬਚੂੰ ਜਾਂ ਨਹੀਂ ਬਚੂੰ। ਇਹਨੇ 1-2 ਵਾਰੀ ਆਇਆ ਵੀ ਮਿਲਣ, ਬਾਈ ਭੂਰਾ ਵੀ ਮਿਲਣ ਆਇਆ ਹਸਪਤਾਲ 'ਚ, ਉੱਥੇ ਇਹਨਾਂ ਨੂੰ ਫੋਨ ਕਰਨਾ। ਪਰ ਹੁਣ ਜਦੋਂ ਦਾ ਇਹ ਬਿਮਾਰ ਹੋਇਆ ਸੀ, ਬਾਪੂ ਬਹੁਤ ਵਾਰ ਇਹਨੇ ਕਿਹਾ ਮੇਰੇ ਪੋਤੇ ਨੂੰ ਮਿਲਾ ਦਿਓ, ਪਰ ਇਹ ਵੀ ਪਤਾ ਨਹੀਂ ਇਹਦੇ ਮਾੜੇ ਕਰਮ ਸੀ ਜਿਹੜਾ ਜਾਂਦੇ ਜੀ ਆਪਣੇ ਦਾਦੇ ਦੇ ਦਰਸ਼ਨ ਨਹੀਂ ਕਰ ਸਕਿਆ। ਕੱਲ ਵੀ ਮੈਂ ਇਹਨੂੰ ਫੋਨ ਕੀਤਾ, ਇਹ ਕਹਿੰਦਾ ਨਹੀਂ ਬਾਈ ਮੈਂ ਕੱਲ੍ਹ ਨੂੰ ਆਊਂ, ਮੈਂ ਬਿਜੀ ਹਾਂ। ਮੈਂ ਕਿਹਾ ਪੁੱਤ ਜੇ ਦਰਸ਼ਨ ਕਰਨੇ ਆ ਤਾਂ ਉਹ ਅੱਜ ਹੀ ਹੋਣੇ ਆ, ਕੱਲ੍ਹ ਨੂੰ ਹੋਣਾ ਨਹੀਂ ਕੁਛ। ਪਤਾ ਨਹੀਂ ਸ਼ਾਇਦ ਮਹਾਰਾਜ ਜੀ ਮੂੰਹ ਚੋਂ ਕਢਾਉਂਦੇ ਸੀ ਸਾਤੋਂ ਇਹ। ਜਦੋਂ ਇਹਨੂੰ ਫੋਨ ਕਰਕੇ ਮੈਂ ਗੱਲ ਕੀਤੀ ਆ,
ਉਦੋਂ 3-4 ਘੰਟਿਆਂ ਬਾਅਦ ਬਾਪੂ ਚੜ੍ਹਾਈ ਕਰ ਗਿਆ। ICU ਦੇ ਵਿੱਚ ਸੀ ਕਈ ਦਿਨਾਂ ਤੋਂ। ਪਰ ਇਹ ਬਾਪੂ ਬੇਅੰਤ ਸਿੰਘ ਢਿੱਲੋਂ ਦਾ ਜਿਹੜਾ ਇਹ 10 ਮਿੰਟ ਦੇ ਵਿੱਚ ਤੁਹਾਨੂੰ ਅਸੀਂ ਪਿਛਲੇ 5 ਸਾਲਾਂ ਦਾ ਬਿਰਤਾਂਤ ਦੱਸਿਆ, ਉਹਦੇ ਵਿੱਚ 5 ਨਹੀਂ ਸੀ 50 ਸਾਲਾਂ ਦਾ ਬਾਪੂ ਦਾ ਘੋਲ ਸੀ ਜਿਹੜਾ ਇਹ ਘੁਲਦਾ ਰਿਹਾ ਜ਼ਿੰਦਗੀ ਦੇ ਨਾਲ। ਗੁਰੂ ਘਰ ਦੀ ਸੇਵਾ ਵੀ ਕੀਤੀ ਇੰਨੇ ਸਾਲ, ਪਤਾ ਨਹੀਂ ਕਿੱਥੇ ਕੋਈ ਖਾਮੀ ਰਹਿ ਗਈ ਜਿਹੜਾ ਬਾਪੂ ਨੇ ਆ ਤਕਲੀਫਾਂ ਝੱਲੀਆਂ। ਬਾਪੂ ਕਹਿੰਦਾ ਸੀ ਜਿਹੜਾ ਮੇਰਾ ਇੱਕ ਪੁੱਤ ਸੀ ਨਾ, ਜਿਹੜਾ ਮੇਰਾ ਸੇਵਾ ਕਰਨ ਵਾਲਾ ਪੁੱਤ ਸੀ, ਜਿਹੜਾ ਮੇਰਾ ਬਹੁਤ ਸਾਊ ਪੁੱਤ ਸੀ, ਉਹ ਸਪਰੇਅ ਵਾਲੀ ਦਵਾਈ ਪੀ ਕੇ ਮਰ ਗਿਆ ਸੀ। ਇਹਦਾ ਡੈਡੀ ਕਹਿੰਦਾ ਉਹ ਮੈਨੂੰ ਸਾਂਭਦਾ, ਕਹਿੰਦਾ ਜੇ ਉਹ ਹੁੰਦਾ ਕਹਿੰਦਾ ਮੈਨੂੰ ਰੋਲ ਨਾ ਦਿੰਦਾ, ਕਹਿੰਦਾ ਜੇ ਉਹ ਹੁੰਦਾ ਕਹਿੰਦਾ ਪੁੱਤ ਜਦੋਂ ਮੈਂ ਪਿਆ ਹੁੰਦਾ ਸੀ ਮੰਜੇ ਤੇ, ਕਹਿੰਦਾ ਮੇਰੇ ਹੱਥਾਂ ਨੂੰ ਲੈਟਰੀਨ ਲੱਗਣੀ, ਕਹਿੰਦਾ ਕਈ ਵਾਰੀ ਮੈਂ ਜਦੋਂ ਹੱਥ ਸੁੰਘਣੇ ਨਾ ਕਹਿੰਦਾ ਗੰਦਗੀ ਸਮੈਲ ਮਾਰਨੀ, ਕਹਿੰਦਾ ਹੌਲੀ ਹੌਲੀ ਉਹ ਸਮੈਲ ਵੀ ਆਉਣੋਂ ਹਟ ਗਈ। ਕਈ ਵਾਰ ਕਹਿੰਦਾ ਮੈਂ ਆਪਣੇ ਨੱਕ ਨੂੰ ਸਾਫ਼ ਕਰਨਾ, ਉਂਗਲ ਪਾ ਲੈਣੀ ਜਾਂ ਮੂੰਹ 'ਚ ਕੋਈ ਦੰਦ 'ਚ ਫਸ ਜਾਣੀ ਕੋਈ ਚੀਜ਼ ਉਹ ਕੱਢਣੀ, ਕਹਿੰਦਾ ਮੈਨੂੰ ਅਹਿਸਾਸ ਹੀ ਨਹੀਂ ਹੁੰਦਾ ਸੀ ਵੀ ਲੈਟਰੀਨ ਮੇਰੇ ਮੂੰਹ 'ਚ ਜਾ ਰਹੀ ਹੈ। ਇੱਕ ਫੁਲਕਾ ਦਿੰਦੇ ਸੀ, ਕਹਿੰਦੇ ਸੀ ਮੁਸ਼ਕ ਮਾਰਦਾ। ਇਹ ਬਾਪੂ ਦੇ ਆਪ ਦੱਸਣ ਦੀਆਂ ਗੱਲਾਂ ਵੀ ਗੰਦ ਬਦਬੂ ਮਾਰਦੀ ਆ, ਗੰਦ ਬਣਾਉਂਦਾ ਇਹਨੂੰ ਰੋਟੀ ਨਹੀਂ ਦੇਣੀ। ਇੱਕ ਫੁਲਕਾ ਸਾਰੇ ਦਿਨ 'ਚ ਕਹਿੰਦਾ ਮੈਨੂੰ ਦਿੰਦੇ ਸੀ। ਚਾਹ ਮੈਂ ਮੰਗਦਾ ਥੱਕ ਜਾਂਦਾ ਸੀ, ਚਾਹ ਨਹੀਂ ਸੀ ਦਿੰਦੇ। ਪਾਣੀ ਕਹਿੰਦਾ ਮੇਰੀ ਪੋਤੀ ਮੈਨੂੰ ਨਿੱਕੀ ਜੀ ਲਿਆ ਕੇ ਦਿੰਦੀ, ਕਹਿੰਦਾ ਮੇਰੇ ਕੋਲ ਇੱਕ ਗੰਦੀ ਪੱਗ ਸੀ, 1 ਸਾਲ ਤੋਂ ਇੱਕੋ ਹੀ ਪੱਗ, ਨੰਗਾ ਜਮਾ ਅਲਫ ਨੰਗਾ ਪਿਆ ਸੀ। ਉਹ ਪੱਗ ਦਾ ਇੱਕ ਟੁਕੜਾ ਬਾਪੂ ਦਾ ਖਾਕੀ ਰੰਗ ਦੀ, ਉਹ ਕਹਿੰਦਾ ਮੈਂ ਉਹਦੇ ਨਾਲ ਤਨ ਢੱਕ ਲੈਂਦਾ ਜਦੋਂ ਮੇਰੀ ਪੋਤੀ ਆਉਂਦੀ, ਕਹਿੰਦਾ ਮੇਰੇ ਕੋਲੇ ਮੈਨੂੰ ਸ਼ਰਮ ਆਉਂਦੀ। ਹਰ ਰੋਜ਼ ਅਰਦਾਸ ਕਰਦਾ ਵੀ ਸੱਚੇ ਪਾਤਸ਼ਾਹ ਵਾਹਿਗੁਰੂ ਮੈਨੂੰ ਚੱਕ ਲਾ ਤੂੰ, ਜਾਂ ਮੈਨੂੰ ਇਸ ਨਰਕ ਚੋਂ ਕੱਢ ਲਾ, ਜਾਂ ਮੈਨੂੰ ਚੱਕ ਲਾ, ਮੈਂ ਕਿੱਥੇ ਕੀ ਗਲਤੀ ਕਰ ਬੈਠਾ, ਮੈਨੂੰ ਬਖਸ਼ ਦੇ। ਤੇ ਜਿਸ ਦਿਨ ਅਸੀਂ ਗਏ ਬਾਪੂ ਜੀ ਦੇ ਆਹੀ ਲਫ਼ਜ਼ ਸੀ। ਉਸ ਤੋਂ ਬਾਅਦ ਵੀ ਮੈਂ ਕਈ ਵਾਰੀ ਬਾਪੂ ਜੀ ਨੂੰ ਪੁੱਛਣਾ, ਬਾਪੂ ਜੀ ਨੇ ਕਹਿਣਾ ਮੈਨੂੰ ਇੱਦਾਂ ਹੀ ਲੱਗਿਆ ਵੀ ਜਿਵੇਂ ਮੇਰੇ ਗੁਰੂ ਪਾਤਸ਼ਾਹ ਖੜੇ ਹੁੰਦੇ ਜਦੋਂ ਬਾਪੂ ਸਾਧੂ ਸਿੰਘ ਗਏ, ਕਹਿੰਦਾ ਮੈਨੂੰ ਐਂ ਲੱਗਿਆ ਵੀ ਰੱਬ ਹੀ ਆ ਗਿਆ। ਜਦੋਂ ਫਿਰ ਅਸੀਂ ਉੱਥੇ ਗਏ ਬਾਪੂ ਜੀ ਨੂੰ ਮੈਂ ਪੁੱਛਿਆ, ਮੈਂ ਕਿਹਾ ਬਾਪੂ ਜੀ ਇੱਥੇ ਰਹਿਣਾ ਕਿ ਜਾਣਾ? ਕਹਿੰਦਾ ਮੈਂ ਨਹੀਂ ਇੱਥੇ ਰਹਿਣਾ, ਮੈਨੂੰ ਲੈ ਚੱਲੋ। ਜਦੋਂ ਮੁੰਡਾ ਇਹਦਾ ਲੜੇ ਲੋਕ ਖੜੇ ਸਾਰੇ, ਉਦੋਂ ਪੁੱਛਿਆ, ਕਹਿੰਦਾ ਮੈਂ ਇੱਥੇ ਨਹੀਂ ਰਹਿਣਾ, ਕਹਿੰਦਾ ਮੈਂ ਇੱਥੇ ਨਹੀਂ ਰਹਿਣਾ, ਮੈਨੂੰ ਲੈ ਜਾਓ। ਯਾਨੀ ਕਿ ਇਸ ਤਰ੍ਹਾਂ ਦੀ ਔਲਾਦ, ਕਲਯੁਗੀ ਔਲਾਦ ਅੱਜ ਕਿਹੜੀ ਚੀਜ਼ ਦਾ ਹੱਕ ਰੱਖਦੀ ਆ, ਇਹ ਸਾਨੂੰ ਸਮਝ ਨਹੀਂ ਆਉਂਦੀ। 8 ਕਿੱਲੇ ਜ਼ਮੀਨ ਸੀ ਬਾਪੂ ਦੇ ਨਾਂ ਤੇ, ਉਹਨਾਂ ਨੂੰ ਸਿਰਫ ਜ਼ਮੀਨ ਤੱਕਰ ਮਤਲਬ ਸੀ ਵੀ ਸਾਡੀ ਜ਼ਮੀਨ ਨਾ ਕਿਤੇ ਕੋਈ ਲੈ ਜਾਵੇ। ਤੇ ਜਦੋਂ ਅਸੀਂ ਉਹਨਾਂ ਨੂੰ ਲਿਖ ਕੇ ਦੇਤਾ ਲੈਟਰ ਪੈਡ ਤੇ ਵੀ ਅਸੀਂ ਭਾਈ ਪ੍ਰਾਪਰਟੀ ਕਲੇਮ ਨਹੀਂ ਕਰਦੇ, ਅਸੀਂ ਤਾਂ ਸਿਰਫ ਬਾਪੂ ਦੀ ਸੇਵਾ ਕਰਨ ਵਾਸਤੇ ਲੈ ਕੇ ਚੱਲੇ ਆ, ਅਸੀਂ ਲੈਟਰ ਪੈਡ ਤੇ ਲਿਖ ਕੇ ਵੀ ਨਾ ਅਸੀਂ ਬਾਪੂ ਦੀ ਕੋਈ ਚੱਲ ਅਤੇ ਅਚਲ ਜਾਇਦਾਦ ਕਲੇਮ ਕਰਦੇ ਆ, ਤੇ ਨਾ ਕੋਈ ਅਸੀਂ ਆਉਣ ਵਾਲੇ ਸਮੇਂ 'ਚ ਕਦੇ ਕਰਾਂਗੇ। ਅਸੀਂ ਸਿਰਫ ਤੇ ਸਿਰਫ ਬਾਪੂ ਦੀ ਸੇਵਾ ਸੰਭਾਲ ਲਈ ਲੈ ਕੇ ਚੱਲੇ। ਉਹੀ ਪੁੱਤ ਮੁੜ ਕੇ ਉਹਨੂੰ ਪਤਾ ਲੱਗ ਗਿਆ, ਸ਼ਾਂਤ ਹੋ ਗਿਆ। ਅੱਜ ਤੋਂ ਸਾਲ ਪਹਿਲਾਂ ਜਦੋਂ ਬਾਪੂ ਆਪਦੇ ਭਰਾ ਦੇ ਭੋਗ ਤੋਂ ਆਇਆ, ਮੇਰੀਆਂ ਬਾਪੂ ਨੇ ਬਾਹਲੀ ਵਾਰੀ ਕਿਹਾ, ਕਹਿੰਦਾ ਜ਼ਮੀਨ ਮੈਂ ਉਹਨੂੰ ਨਹੀਂ ਦੇਣੀ, ਕਹਿੰਦਾ ਮੇਰੀ ਜ਼ਮੀਨ ਕਿਤੇ ਲਿਖਾ ਦੇ। ਮੈਂ ਕਿਹਾ ਨਹੀਂ ਬਾਪੂ, ਇਹ ਤੇਰੀ ਨਹੀਂ, ਤੇਰੇ ਦਾਦਿਆਂ ਦੀ ਆ, ਜੇ ਤੇਰੀ ਹੁੰਦੀ ਨਾ ਫਿਰ ਤੂੰ ਦੇਣ ਯੋਗ ਸੀ ਕਿਸੇ ਨੂੰ। ਮੈਂ ਕਿਹਾ ਇਹ ਤੇਰੇ ਦਾਦੇ ਪੜਦਾਦਿਆਂ ਦੀ ਆ, ਤੇਰੀ ਵਿਰਾਸਤ ਆ, ਉਹਨਾਂ ਨੂੰ ਮਿਲਣੀ ਚਾਹੀਦੀ, ਜਿਨ੍ਹਾਂ ਦੀ ਹੈਗੀ ਹੈ। ਇਹ ਕੰਮ ਨਾ ਕਰ, ਇਹ ਨਾ ਸੋਚ ਤੂੰ। ਫਿਰ ਕਹਿੰਦਾ ਮੈਂ ਪੋਤੇ ਦੇ ਨਾਂ ਲਿਖਾ ਦਿੰਦਾ। ਇਹਨੂੰ ਬੜਾ ਸੱਦਿਆ ਉਹਨੇ, ਇਹ ਵੀ ਨਹੀਂ ਪਤੰਦਰ ਆਇਆ, ਕਹਿੰਦਾ ਮੈਂ ਉਹਨੂੰ ਲੈ ਦਿੰਦਾ ਸਾਰੀ। ਅਸੀਂ ਕਿਹਾ ਵੀ ਨਹੀਂ ਬਾਪੂ, ਜੇ ਕਰਨੀ ਆ ਤਾਂ ਇੱਕੋ ਹੀ ਗੱਲ ਕਰਨੀ ਆ ਵੀ ਵਸੀਅਤ ਕਰਾ ਦੇ ਦੋਨਾਂ ਦੇ ਨਾਂ ਤੇ, ਫਾਹਾ ਵੱਢ, ਘੱਟੋ ਘੱਟ ਤੈਨੂੰ ਸ਼ਾਇਦ ਮਿਲਣੀ ਆਉਣ ਲੱਗ ਜਾਣ ਵੀ ਚਲੋ ਯਾਰ ਹੁਣ ਬਾਪੂ ਨੂੰ ਤਾਂ ਜ਼ਮੀਨ ਵੀ ਦੇਤੀ ਆ। ਪਰ ਬਾਪੂ ਕਹਿੰਦਾ ਕੋਈ ਨਾ, ਮੇਰੇ ਮਰਨ ਤੋਂ ਬਾਅਦ ਫਿਰ ਲੈ ਜਾਣਗੇ, ਵਸੀਅਤ ਤਾਂ ਕੀ ਕਰਾਉਣੀ ਆ। ਹੁਣ ਬਾਪੂ ਜੀ ਇਸ ਦੁਨੀਆ ਤੋਂ ਚਲੇ ਗਏ ਆ, ਜ਼ਮੀਨ ਦੇ ਜਿਹੜੇ ਹਿੱਸੇਦਾਰ, ਜਿਹੜੇ ਮਾਲਕ ਹੈਗੇ ਉਹਨਾਂ ਨੂੰ ਮਿਲ ਜਾਣੀ ਆ। ਇਹ ਟੁਕੜੇ ਜ਼ਮੀਨ ਦੇ ਇੱਥੇ ਹੀ ਰਹਿ ਜਾਣੇ ਆ। ਪਰ ਜੇ ਅੱਜ ਕੁਝ ਨਹੀਂ ਹੋਇਆ ਤਾਂ ਉਹ ਆ ਵੀ ਉਹ ਬਾਪੂ ਦਾ ਪੁੱਤ ਅੱਜ ਬਾਪੂ ਦੇ ਅੰਤਮ ਸੰਸਕਾਰ 'ਚ ਵੀ ਨਹੀਂ ਆਇਆ। ਉਹ ਅਜਮੇਰ ਸਿੰਘ ਕੋਟ ਸੁਖੀਆ ਪਿੰਡ ਆ, ਸਹੁਰੀ ਰਹਿੰਦਾ ਆਪਦੇ, ਇੱਥੇ ਨਿਹਾਲ ਸਿੰਘ ਵਾਲੇ 5 ਗਰਾਈਆਂ ਦੇ ਕੋਲੇ। ਬਾਈ ਇਹ ਤੁਹਾਡਾ ਪਿੰਡ ਕਿੰਨੀ ਦੂਰ ਆ ਇੱਥੋਂ? ਕੋਟ ਸੁਖੀ ਵਾਲਾ ਬਾਈ ਸਾਡੇ ਕੋਲ ਸੇਵਾ ਕਰਾਉਣਾ ਹੈ ਜੀ। ਇੱਥੋਂ 100 ਕਿਲੋਮੀਟਰ ਦੂਰ ਆ ਪਿੰਡ। ਤੇ ਜੈਤੋਂ ਕਿੰਨੇ ਕਿਲੋਮੀਟਰ ਹੋ ਜੀ ਇੱਥੋਂ? ਤੁਹਾਡਾ ਪਿੰਡ ਕਿੰਨੀ ਦੂਰ ਆ ਬਾਈ? 25 ਕਿਲੋਮੀਟਰ ਹੋਊਗਾ ਜੀ।
ਦੇਖੋ ਇਹ ਮੰਨ ਲਓ 80 ਕਿਲੋਮੀਟਰ ਤੋਂ ਇਹ ਆ ਗਿਆ ਤੇ ਉਹ 100 ਕਿਲੋਮੀਟਰ ਸੀ, 20 ਕਿਲੋਮੀਟਰ ਹੋਰ ਸੀ ਉਹਨਾਂ। ਉਹ ਕਹਿੰਦਾ ਮੈਂ ਤਾਂ ਬਾਹਲੀ ਦੂਰ ਆ, ਮੈਂ ਨਹੀਂ ਆ ਸਕਦਾ। ਰਾਤ ਦੇ ਫੋਨ ਕਰੀ ਜਾਂਦੇ ਅਸੀਂ, ਇਹਨੇ ਵੀ ਕਿਉਂ ਵੀ ਕੀਤਾ ਫੋਨ, ਕੀ ਕਿਹਾ ਤੈਨੂੰ? ਹੁਣੇ ਨਹੀਂ ਲੱਗਦਾ। ਨਾ ਬਾਅਦ ਚ ਤੂੰ ਕਹਿੰਦਾ ਸੀ ਵੀ ਉਹਨੇ ਇੱਕ ਵਾਰੀ ਕਹੀ ਕਹਿੰਦਾ ਮੈਂ ਨਹੀਂ ਆ ਸਕਦਾ। ਕੀ ਕਹਿੰਦਾ ਵੀ ਦੂਰ ਬਹੁਤ ਆ ਮੇਰਾ। ਮੈਂ ਦੂਰ ਬਹੁਤ ਆ, ਕਹਿੰਦਾ ਮੈਂ ਨਹੀਂ ਆ ਸਕਦਾ, ਸੌਰੀ ਰਹਿਣ ਲੱਗ ਗਿਆ। ਬਸ ਕੀ ਸੱਚੇ ਪਾਤਸ਼ਾਹ ਵਾਹਿਗੁਰੂ ਨੂੰ ਮਨਜ਼ੂਰ ਸੀਗਾ ਇਹ ਉਹ ਜਾਣਦਾ, ਪਰ ਅਸੀਂ ਤਾਂ ਇਹ ਕਵਾਂਗੇ ਬਾਪੂ ਤਾਂ ਚੰਗੇ ਕਰਮਾਂ ਵਾਲਾ ਸੀ, ਜਿਹਨੂੰ ਕਿੰਨੇ ਪੁੱਤ ਮਿਲੇ ਇੱਥੇ ਸੰਸਥਾ 'ਚ ਆ ਕੇ। ਸਾਡੇ ਪਿਓ ਨੂੰ, ਸਾਡੇ ਦਾਦੇ ਨੂੰ ਅਸੀਂ ਪੂਰੀ ਕੋਸ਼ਿਸ਼ ਕੀਤੀ ਵੀ ਹਰ ਤਰੀਕੇ ਨਾਲ ਅਸੀਂ ਖੁਸ਼ ਰੱਖ ਸਕੀਏ। ਜਿੰਨੀ ਕੋਈ ਵੀ ਬਾਪੂ ਜੀ ਦੀ ਜ਼ਰੂਰਤ ਹੁੰਦੀ ਸੀ, ਰੇਡੀਓ ਮੰਗਿਆ ਨਾ ਰੇਡੀਓ ਲਿਆ ਦੇਣਾ, ਜਿਹੜੀ ਵੀ ਚੀਜ਼ ਮੰਗੀ ਨਹੀਂ ਇਹਨੇ ਬਾਪੂ ਨੇ ਕਹਿਣਾ ਮੇਰੀ ਵੀਲ ਚੇਅਰ ਬਦਲ ਦਿਓ, ਉਹ ਬਦਲਤੀ। ਲੀੜੇ ਕੱਪੜੇ ਦਾ ਬਾਪੂ ਜੀ ਨੂੰ ਬਹੁਤ ਸ਼ੌਂਕ ਸੀ, ਕੁੜਤੇ ਪਜਾਮੇ ਹਨਾ ਸਾਫ ਸੁਥਰੇ ਪਾਉਣੇ, ਰੋਜ਼ ਨਹਾਉਣਾ, ਤੜਕੇ ਹੀ ਨਹਾ ਲੈਣਾ ਬਾਪੂ ਨੇ। ਪਰ ਉਹ ਮਾੜੇ ਕਰਮਾਂ ਵਾਲਾ, ਉਹ ਨਕੜਮਾ ਪੁੱਤ ਜਿਹਨੂੰ ਉਹ ਦੁਨੀਆ ਦਿਖਾਈ ਇਸ ਬਾਪ ਨੇ, ਉਹ ਕਹਿੰਦਾ ਜੀ ਮੈਂ ਸਾਨੂੰ ਤਾਂ ਪਾਲਿਆ ਹੀ ਨਹੀਂ, ਕਹਿੰਦਾ ਅਸੀਂ ਤਾਂ ਆਪੇ ਹੀ ਪਲ ਗਏ। ਉਹਨੂੰ ਮਹਾਰਾਜ ਸੱਚੇ ਪਾਤਸ਼ਾਹ ਸਮੱਤ ਬਖਸ਼ੇ। ਬਾਪੂ ਜੀ ਨੂੰ ਵਾਹਿਗੁਰੂ ਸੱਚੇ ਪਾਤਸ਼ਾਹ ਆਪਣੇ ਚਰਨਾਂ ਦੇ ਵਿੱਚ ਜਗ੍ਹਾ ਦੇਣ। ਬਾਪੂ ਬੇਅੰਤ ਸਿੰਘ ਢਿੱਲੋਂ ਜੀ ਦੀ ਆਤਮਾ ਨੂੰ ਸ਼ਾਂਤੀ ਬਖਸ਼ਣ ਸੱਚੇ ਪਾਤਸ਼ਾਹ ਵਾਹਿਗੁਰੂ। ਇਹ ਸਾਰੇ ਜਾਣੇ ਤੁਸੀਂ ਅਰਦਾਸ ਕਰਿਓ। ਇਸ ਤਰ੍ਹਾਂ ਦੇ ਬਹੁਤ ਸਾਰੇ ਬਾਪੂ ਬਜ਼ੁਰਗ ਬੜੀ ਦੁੱਖ ਤੇ ਤਕਲੀਫਾਂ ਨਾਲ ਭਰੀ ਹੋਈ ਜ਼ਿੰਦਗੀਆਂ ਬਤੀਤ ਕਰ ਰਹੇ ਨੇ, ਤੇ ਜੇ ਅਸੀਂ ਕੋਸ਼ਿਸ਼ ਕਰੀਏ ਤਾਂ ਉਹਨਾਂ ਨੂੰ ਅਸੀਂ ਸੇਧ ਦੇ ਸਕਦੇ ਹਾਂ। ਬਾਪੂ ਜੀ ਦੀ ਇਸ ਜੀਵਨੀ ਤੋਂ ਉਹ ਵੀ ਅਵੇਅਰ ਹੋਣਗੇ। ਸ਼ਾਇਦ ਕੋਈ ਇੱਕ ਬੰਦਾ ਵੀ ਇਸ ਬਾਪੂ ਬੇਅੰਤ ਸਿੰਘ ਜੀ ਦੀ ਇਸ ਤਕਲੀਫ ਦੇ ਨਾਲ ਭਰੀ ਹੋਈ ਦਾਸਤਾਨ ਜਿਹੜੀ ਅਸੀਂ ਤੁਹਾਡੇ ਨਾਲ ਸਾਂਝੀ ਕੀਤੀ ਆ, ਉਹਨੂੰ ਸੁਣ ਕੇ ਜਾਂ ਦੇਖ ਕੇ ਕੋਈ ਆਪਣੇ ਬਾਪ ਦੀ, ਆਪਣੇ ਮਾਂ ਦੀ ਸੇਵਾ ਸੰਭਾਲ ਕਰ ਸਕੇ। ਮਾੜਾ ਜਿਹਾ ਇੱਥੇ ਹੱਥ ਪਾ ਕੇ ਬਾਪੂ ਜੀ ਨੂੰ ਤਾਂ ਚ ਕਰਾਓ, ਚੱਕੋ ਹੁਣ ਕਰੋ ਪੱਗ ਠੀਕ। ਸਿਰ ਫੜੋ, ਲਾਉਣੇ ਲੋ। ਅੱਛਾ ਆਈਏ ਨਾਲ, ਮਾਤਾ ਜੀ ਆਏ ਨੇ ਨਾਲ, ਸ਼ੁਕਰ ਆ। ਚਲੋ ਤੁਹਾਨੂੰ ਤਾਂ ਪਤਾ ਨਹੀਂ ਸੀ, ਅਜੇ ਤੱਕ ਦੱਸਿਆ ਨਹੀਂ ਸੀ। ਆ ਕੇ ਹੁਣ ਪਰਿਵਾਰ ਨੇ ਦੱਸਿਆ ਵੀ ਬਾਪੂ ਦੀ ਧਰਮ ਪਤਨੀ ਵੀ ਨਾਲ ਆਈ ਆ, ਮਾਤਾ ਜੀ ਵੀ ਨਾਲ ਆਏ ਆ। ਇਹਨੇ ਵੀ ਵਿਚਾਰੀ ਨੇ ਔਖਾ ਸਮਾਂ ਬਥੇਰਾ ਦੇਖਿਆ, ਕਿਵੇਂ ਕਿਵੇਂ ਸਮਾਂ ਕੱਢਿਆ ਇਹਨੇ ਵੀ। ਅਸੀਂ ਇਹ ਸਾਡੇ ਮਾਵਾਂ ਵਰਗੇ ਨੇ, ਇਹਨਾਂ ਬਾਰੇ ਅਸੀਂ ਕੁਝ ਨਹੀਂ ਕਹਾਂਗੇ, ਪਰ ਅੱਜ ਫਿਰ ਵੀ ਆਪਣੇ ਸੁਹਾਗ ਦੇ, ਆਪਣੇ ਪਤੀ ਪਰਮੇਸ਼ਰ ਦੇ ਆਖਰੀ ਦਰਸ਼ਨਾਂ ਲਈ ਇਹ ਪਹੁੰਚ ਗਈ ਆ ਬੇਬੇ। ਧੰਨਵਾਦੀਆਂ ਸੀ। ਥੋੜਾ ਜਿਹਾ ਥੱਲੇ ਕਰੋ ਬਾਪੂ, ਮਾਮੂਲੀ ਜਿਹਾ ਬਸ।
इधरले पासे ना हाँ भाई ऐसे थोड़ा पाऊँ आ बांह चक इन बाहर गिफ्ट बोलो बस बस अब बाहर बची पुट्ठा हो गया ऐ होना सी ऐ होना चाहिए सी हाँ जी हाँ जी मैं तेन कही तो जाता सी पाके चक बोले सो निहाल बाबा जी पाओ सरप्पा बाबा जी आओ करा पौने कड़ा ਤੁਹਾਡਾ ਸਾਥੀ ਰਿਹਾ ਜੀ ਇੰਨੇ ਸਾਲ ਤੁਹਾਡੇ ਕੋਲੇ ਗੁਰੂ ਦੀ ਸੇਵਾ ਕੀਤੀ ਇਹਨਾਂ ਨੇ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਹਾਂਜੀ ਪੌਣੇ ਲੋਈ ਇੱਕ ਮਿੰਟ ਲੋਈ ਸਾਫ਼ ਨਹੀਂ ਹੈਗੀ ਦੂਜੀ ਲੋਈ ਦਿਓ ਇੱਕ ਕੜਾ ਵੀ ਉੱਥੇ MRIਆਂ ਜਦੋਂ ਹੁੰਦੀਆਂ ਉਹਦੇ ਚ ਲਾ ਲੈਂਦੇ ਆ ਪਰਿਵਾਰ ਦੇ ਮੈਂਬਰ ਬਾਪੂ ਜੀ ਵਾਸਤੇ ਲੋਈਆਂ ਦਸ਼ਾਲੇ ਲੈ ਕੇ ਆਏ ਨੇ ਇੱਥੇ ਆਪਣੇ ਵਾਲਾ ਇੱਥੋਂ ਲਿਆਂਦਾ थोड़ा स्टैंड नहीं मैं कर दूँ एक पॉइंट जमा ना करूँगा हो वाहिगुरु जी सच्चे पातशाह करो जी अरदास हाँ करो लियाओ अर्थी चक ਐਂ ਲੱਗਦਾ ਬਾਪੂ ਜਿਵੇਂ ਹੁਣ ਵੀ ਬੈਠਾ ਹੀ ਹੁੰਦਾ ਜਾਗਦਾ ਹੀ ਸਰਦਾਰ ਤੌਲੀਆ ਕਿੱਥੇ ਆ ਤੌਲੀਆ ਆ ਕੰਗਾ ਚੱਕਿਓ ਛੱਡ ਚੱਕਣਾ ਪੈਣਾ ਥੱਲੇ ਇਹ ਇੱਥੇ ਹੱਥ ਪਾ ਕੇ ਚੱਕਿਓ ਜੀ ਮਾੜਾ ਜਿਹਾ ਫਿਰ ਨਿਕਲਣਾ ਉਹ ਥੱਲੇ ਉਹ ਕੱਢ ਥੱਲੇ ਪੁੱਤ ਚੱਲ ਰਹਿਣ ਦੇ ਹੁਣ ਐਂ ਚੱਕ ਲਓ ਐਂ ਚੱਕ ਲਓ ਚੱਕੋ ਪੱਗ ਨੂੰ ਹੱਥ ਰੱਖੀ ਸਤਿ ਸ੍ਰੀ ਅਕਾਲ ਇੱਕ ਮਿੰਟ ਚੱਕੀ ਚੱਲ ਰੱਖ ਦੇ ਸਿੱਧਾ ਕਰ ਧੋਣ ਸਿਰ ਥੱਲੇ ਰੱਖਣ ਨੂੰ ਨਾ ਕੋਈ ਹੋਰ ਚੀਜ਼ ਲਿਆਓ ਚੀਜ਼ ਕੋਈ ਸਰਾਣਾ ਚੱਕ ਕੇ ਲਿਆਓ ਜਾਂ ਕੋਈ ਕੰਬਲ ਚੱਕ ਕੇ ਲਿਆ ਛੋਟਾ ਇਹ ਤੋਂ ਕੰਬਲ ਚੱਕ ਕੇ ਲਿਆ ਥੱਲੇ ਤੇਰੀ ਤਹਿ ਲਾ ਕੇ ਜੋੜੇ ਲਾ ਕੇ ਪੈਰਾਂ ਦੇ ਜੋੜੇ ਲਾਓ ਸਿਰ ਢੱਕ ਲਓ ਜੇ ਕਿਸੇ ਦਾ ਨੰਗਾ ਸਿਰ ਭਾਈ ਅਰਦਾਸ ਹੋਣੀ ਆ ਸਰ ਗਿਆ ਪੁੱਤ
मिठा मिठा बाटी है गुरु नानक ने आए फिर अंगद गोते अमरदास रामदास ही भाई अर्जन हर गोबिंदनो सुंदरो श्री हर राय श्री हर कृष्ण ते आई आए जिस जिथे सब दुख जाए एक बहादुर सिंह आए कर नो जाए है सब खाई हो खाए सब खाई हो खाए 10वीं पातशाह श्री गुरु गोबिंद सिंह साहिब जी सब खाई हो खाए सब खाई हो खाए दसा पातशाहियां दी जोत तन तन श्री गुरु ग्रंथ साहिब जी दे पाठ दीदार का ध्यान करके खालसा जी साहब बोलो जी पंजा प्यारियां तुहां साहिबां 40 मुक्तियां हस्तियां जपियां सतियां बिना नाम जपिया लग सकिया हे चराई हे वाही हे अमृत पिता इन्हां प्यारियां सुजारियां दी कमाई का ध्यान करके खालसा जी साहब बोलो जी जिन्ना सिंगा सिंगणियां ने धर्म हेत सीस दिते बंद बंद पिटाए ठोकियां लहाइयां चरखड़ियां ते जड़े तनकारियां नाल चराए गए गुरदारियां की सेवा ਲਈ कुर्बानियां कीतियां धर्म नहीं हारिया आप जी के पानी को मिठा करके मन्निया इन्हां दी कमाई का ध्यान करके खालसा जी साहब बोलोगे ਇਹ ਨਿਮਾਣਿਆਂ ਦੀ ਮਣ ਕਰੋ ਨਿਤਾਣਿਆਂ ਦੀ ਤਾਣ ਕਰੋ ਲੋਕਾਂ ਦੀ ਰੱਖੋ ਆਪ ਜੀ ਦੇ ਚਰਨਾਂ ਕਮਲਾਂ ਵਿੱਚ ਅਰਦਾਸ ਬੇਨਤੀ ਹੈ ਨਿੱਤਾ ਦੀ ਸੇਵਾ ਸਾਡੀ ਪਰਿਵਾਰ ਦੇ ਪਰਿਵਾਰਕ ਮੈਂਬਰ ਬੇਅੰਤ ਸਿੰਘ ਜੀ ਢਿੱਲੋਂ ਆਪਣੇ ਸਵਾਸਾਂ ਦੀ ਪੂੰਜੀ ਨੂੰ ਪੂਰੇ ਕਰਦੇ ਹੋਏ ਆਪ ਜੀ ਦੇ ਚਰਨਾਂ ਵਿੱਚ ਆਣ ਬਰਾਜੇ ਹਨ ਉਹਨਾਂ ਦੀ ਆਤਮਾ ਨੂੰ ਸ਼ਾਂਤੀ ਬਖਸ਼ਣੀ ਅਤੇ ਪਰਿਵਾਰ ਨੂੰ ਪਾਣਾ ਮੰਨਣ ਦਾ ਬਲ ਬਖਸ਼ਣਾ ਉਹਨਾਂ ਦੇ ਆਤਮ ਸੰਸਕਾਰ ਲਈ ਸੰਗਤਾਂ ਜਾ ਰਹੀਆਂ ਹਨ ਵਕਤ ਦਾ ਭਲਾ ਕਰਨਾ ਮਨੁੱਖਤਾ ਦੀ ਸੇਵਾ ਸਾਡੀ ਪਰਿਵਾਰ ਤੇ ਮਿਹਰ ਭਰਿਆ ਹੱਥ ਰੱਖਣਾ ਸਰਬੱਤ ਦੇ ਕਾਰਜ ਰਾਸ ਕਰਦੇ ਸਹੀ ਪਿਆਰੇ ਮੇਲ ਜਿੰਨਾ ਮਿਲਿਆ ਆਪ ਜੀ ਦਾ ਨਾਮ ਚਿੱਤੇ ਆਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਸਤਨਾਮ ਸਤਨਾਮ ਜੀ ਵਾਹਿਗੁਰੂ 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 ਜੀ ਜਪੋ ਸਤਨਾਮ ਸਤਨਾਮ ਬਾਹਰ ਰੱਖਿਓ ਇੱਥੇ ਹੈ ਨਾ ਮੇਰਾ ਗੋਡਾ ਦੁਖਦਾ ਥੋੜਾ ਜਿਹਾ ਵਾਹਿਗੁਰੂ 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 ਜੀ ਜਪੋ ਸਤਨਾਮ 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 ਜੀ ਵਾਹਿਗੁਰੂ 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 ਜੀ ਜਪੋ ਸਤਨਾਮ 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 ਜੀ ਵਾਹਿਗੁਰੂ ਵਾਹਿਗੁਰੂ ਜੀ ਸਤਨਾਮ 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 ਜੀ ਵਾਹਿਗੁਰੂ ਵਾਹਿਗੁਰੂ ਜੀ ਸਤਨਾਮ ਸਤਨਾਮ ਜੀ ਵਾਹਿਗੁਰੂ ਜੀ ਆਈ ਹੋ ਜੀ ਆ ਜਾਓ ਚੱਲਦੇ ਤੁਸੀਂ ਅੰਦਰ ਜਾਣਾ ਚਲੇ ਜਾਓ ਭੈਣੇ ਅੰਦਰ ਇੱਥੇ ਬਾਪੂ ਬੇਅੰਤ ਸਿੰਘ ਜੀ ਦਾ ਆਪਣੇ ਹੱਥੀਂ ਅੰਬ ਦਾ ਬੂਟਾ ਵੀ ਲਾਇਆ ਹੋਇਆ
ਇਹ ਸਾਰੇ ਅੰਬ ਦੇ ਬੂਟੇ ਜਿਹੜੇ ਸਾਈਡਾਂ ਤੇ ਲੱਗੇ ਹੋਏ ਨੇ। ਹੌਲੀ ਚੱਲੋ ਜੀ, ਆਰਾਮ ਨਾਲ। ਪਿੱਛੇ ਵਾਲੇ ਬੰਦੇ ਨਾ ਬਹੁਤ ਪਿੱਛੇ ਰਹਿ ਜਾਂਦੇ ਫਿਰ। ਤੇ ਸਾਰੇ ਪਰਿਵਾਰ ਦੇ ਮੈਂਬਰਾਂ ਵੱਲੋਂ ਅਸੀਂ ਇੱਕ ਇੱਕ ਬੂਟਾ ਲਵਾਉਂਦੇ ਆ। ਅੰਬ ਦਾ ਬੂਟਾ ਬਾਪੂ ਬੇਅੰਤ ਸਿੰਘ ਢਿੱਲੋਂ ਜੀ ਵੱਲੋਂ ਆ ਸਾਹਮਣੇ ਦੇਖੋ ਇੱਥੇ ਲੱਗਿਆ ਹੋਇਆ ਵਾ। ਬਾਪੂ ਬੇਅੰਤ ਸਿੰਘ ਢਿੱਲੋਂ ਜੀ ਨੇ 2017 ਚ ਆਏ ਸੀ, ਡੇਟ ਲਿਖੀ ਹੋਈ ਆ ਨਾ, ਕਾਫੀ ਵੱਡਾ ਹੋ ਗਿਆ। ਇੱਦਾਂ ਹੀ ਇਹ ਬਾਪੂ ਸਵਰਗਵਾਸੀ ਮਹਿੰਦਰਪਾਲ ਸਿੰਘ ਜੀ ਵੱਲੋਂ ਲਿਖਵਾਇਆ ਹੋਇਆ ਸੀ ਬੂਟਾ। ਹੁਣ ਇਹਨਾਂ ਦੇ ਮੂਹਰੇ ਵੀ ਸੱਸਾ ਤੇ ਵਾਹਵਾ ਲੱਗ ਜਾਣਾ। ਇਹ ਵੀ ਸਵਰਗਵਾਸੀ ਹੋ ਗਏ। ਤੇ ਇਹ ਅੰਬ ਦਾ ਬੂਟਾ ਇੱਕ ਦਿਨ ਵੱਡਾ ਹੋ ਕੇ ਇਹ ਦਰਖਤ ਦੇ ਰੂਪ 'ਚ ਸਾਡੀ ਆਉਣ ਵਾਲੀ ਪੀੜ੍ਹੀ ਨੂੰ ਠੰਡੀ ਹਵਾ, ਆਕਸੀਜਨ ਤੇ ਫਲ ਦੇਊਗਾ। ਪਰ ਪਤਾ ਨਹੀਂ ਕਿਉਂ ਅਸੀਂ ਇਹ ਚੀਜ਼ਾਂ ਨੂੰ ਸਮਝ ਨਹੀਂ ਪਾਉਂਦੇ। ਅੱਜ ਸਮਾਂ ਇਸ ਤਰ੍ਹਾਂ ਦਾ ਚੱਲਦਾ, ਅੱਜ ਤੋਂ ਜ਼ਿਆਦਾ ਨਹੀਂ ਤਾਂ 20-25 ਸਾਲ ਹੀ ਪਿੱਛੇ ਨੂੰ ਜਾਈਏ, ਝਾਤ ਮਾਰੀਏ ਤਾਂ ਨਹੀਂ ਸੀ ਇਸ ਤਰ੍ਹਾਂ ਦੇ ਹਾਲਾਤ। ਕੋਈ ਲੱਖਾਂ ਚੋਂ ਕੋਈ ਇੱਕ ਬੇਗੈਰਤ, ਬੇਸ਼ਰਮ ਇਨਸਾਨ ਪਾਇਆ ਜਾਂਦਾ ਸੀ। ਪਰ ਅੱਜ ਇੱਕ ਹੋਰ ਕਲਯੁੱਗ ਚੱਲ ਰਿਹਾ। ਹੌਲੀ ਚੱਲੋ ਵੀਰੇ, ਹੌਲੀ ਹੌਲੀ, ਆਰਾਮ ਨਾਲ। ਪਿੱਛੇ ਬੰਦੇ ਆਉਂਦੇ ਆਪਣੇ, ਹੌਲੀ ਚੱਲੋ। ਤੇ ਘੋਲ ਕਲਯੁੱਗ ਦੇ ਵਿੱਚ ਆਹੀ ਕੁਛ ਹੋਣਾ। ਜਿੱਥੇ ਚਾਰ ਬੰਦੇ ਬੈਠ ਕੇ ਗੱਲ ਛੇੜੀਏ, ਗੱਲ ਕਰਦੇ ਆ, ਉੱਥੇ ਆਹੀ ਗੱਲਾਂ। ਲੋਕਾਂ ਦਾ ਖੂਨ ਆ ਜਿਹੜਾ ਉਹ ਪਾਣੀ ਹੋਈ ਜਾ ਰਿਹਾ। ਰਿਸ਼ਤੇ ਨਾਤੇ ਰਿਸ਼ਤਿਆਂ ਦੀਆਂ ਉਹ ਤੰਦਾਂ ਟੁੱਟਦੀਆਂ ਜਾ ਰਹੀਆਂ। ਇੰਨਾ ਬੇਰਹਿਮ ਹੁੰਦਾ ਜਾ ਰਿਹਾ ਅੱਜ ਦਾ ਇਨਸਾਨ। ਠੀਕ ਹੈ, ਬਾਪੂ ਨੇ ਜਾਣਾ ਸੀ, ਜਿੰਨੇ ਸਵਾਸ ਬੰਦੇ ਨੇ ਲਿਖਿਆ ਉਹਨੇ ਪੂਰੇ ਕਰਨੇ ਆ। ਠੀਕ ਹੈ, ਬਾਪੂ ਦੇ ਕਰਮਾਂ 'ਚ ਸੀ, ਜਿੱਦਾਂ ਸੀ ਕਰਮਾਂ 'ਚ ਉੱਦਾਂ ਹੀ ਇਨਸਾਨ ਪੂਰਾ ਕਰਦਾ ਕਰਮ। ਪਰ ਅੱਜ ਅਸੀਂ ਜੋ ਬੀਜਦੇ ਹਾਂ ਉਹੀ ਅੱਗੋਂ ਅਸੀਂ ਵੱਢਣਾ ਵਾ। ਅੱਜ ਜੋ ਅਜਮੇਰ ਸਿੰਘ ਵਰਗੇ ਕਲਯੁਗੀ ਬੱਚੇ ਬੀਜ ਰਹੇ, ਅੱਗੋਂ ਉਹਨਾਂ ਨੂੰ ਵੀ ਇਹੀ ਵੱਢਣਾ ਪੈਣਾ। ਜੇ ਕਿਸੇ ਲਈ ਟੋਆ ਪੱਟਾਂਗੇ, ਸਾਡੇ ਲਈ ਪਹਿਲਾਂ ਪੱਟਿਆ ਪਿਆ। ਆਪਣੇ ਬਾਪ ਲਈ ਇਸ ਤਰ੍ਹਾਂ ਦੀ ਸ਼ਬਦਾਵਲੀ, ਹੌਲੀ ਹੌਲੀ, ਆਪਣੇ ਬਾਪ ਲਈ ਇਸ ਤਰ੍ਹਾਂ ਦੇ ਲਫ਼ਜ਼, ਆਪਣੇ ਬਾਪ ਲਈ ਇਸ ਤਰ੍ਹਾਂ ਦਾ ਅਤਿਆਚਾਰ, ਵਿਹਾਰ। ਇੱਕ ਇਸ਼ਨਾਨ ਕਰਾਉਣ ਲਈ ਇੱਕ ਦਿਨ ਬਾਪੂ ਨੇ ਕਿਹਾ, ਕਹਿੰਦਾ ਮੈਨੂੰ ਗੋਰਿਆ, ਉਹਨੂੰ ਗੋਰਾ ਕਹਿੰਦਾ ਸੀ ਬਾਪੂ, ਗੋਰਾ ਸੀ ਉਹਦਾ ਨਾਂ। ਕਹਿੰਦਾ ਗੋਰਿਆ ਮੈਨੂੰ ਇਸ਼ਨਾਨ ਕਰਾ ਦੇ ਯਾਰ, ਨਮਾ ਦੇ ਯਾਰ। ਬਾਪੂ ਕਹਿੰਦਾ ਮੇਰੇ, ਕਹਿੰਦਾ ਥੱਪੜ ਮਾਰਿਆ, ਕਹਿੰਦਾ ਬਹੁਤ ਜ਼ੋਰ ਦੀ। ਕਹਿੰਦਾ ਉਸ ਤੋਂ ਬਾਅਦ ਮੈਂ ਨਹੀਂ ਨਹਾਉਣ ਨੂੰ ਕਿਹਾ। ਕਹਿੰਦਾ ਅਸੀਂ ਸਾਲ ਬੀਤ ਗਿਆ। ਉਸ ਕਮਰੇ 'ਚ ਕਹਿੰਦਾ ਨਾ ਕੋਈ ਆਉਂਦਾ ਸੀ, ਬਸ ਇੱਕ ਮੇਰੀ ਪੋਤੀ ਨਿੱਕੀ ਜਿਹੀ ਸੀਗੀ ਜਿਹੜੀ, ਉਹ ਆ ਜਾਂਦੀ ਸੀ। ਜਦੋਂ ਮੈਂ ਹਾਕਾ ਮਾਰਦਾ ਸੀ, ਉਹ ਪਾਣੀ ਦੀ ਬੋਤਲ ਭਰ ਦਿੰਦੀ ਸੀ, ਇੱਕ ਅੱਧਾ ਫੁਲਕਾ ਦੇ ਦਿੰਦੇ ਸੀ। ਭਾਈ ਸ਼ਮਸ਼ਾਨ ਘਾਟ 'ਚ ਸੰਸਕਾਰ ਕਰ ਰਹੇ ਹਾਂ ਬਾਪੂ ਦਾ। ਆ ਗਿਆ ਮੈਂ 10 ਮਿੰਟ 'ਚ ਆ ਗਿਆ, ਹੋ ਗਏ ਫਰੀ। ਤੇ ਬਸ ਜ਼ਮੀਨ 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 ਕਰੀ ਜਾਂਦਾ ਸੀ। ਹਾਏ ਮੇਰੀ ਜ਼ਮੀਨ, ਹਾਏ ਮੇਰੀ ਜ਼ਮੀਨ, ਹਾਏ ਮੇਰੀ ਜ਼ਮੀਨ। ਛੱਡ ਗਿਆ ਬਾਪੂ ਜ਼ਮੀਨ, ਲੈ ਲਾ ਭਰਾਵਾ।
ਪਹਿਲਾਂ ਵੀ ਤੇਰੇ ਕੋਲੇ ਸੀ ਬਹੁੰਦਾ ਮਾਮਲੇ ਦਿੰਦਾ ਤੂੰ, ਬਾਪੂ ਨੇ ਤਾਂ 1 ਰੁਪਈਆ ਵੀ ਨਹੀਂ ਲਿਆ ਕਰੇ ਜ਼ਮੀਨ ਚੋਂ, ਤੇ ਨਾ ਹੁਣ ਤੁਹਾਡਾ ਇੱਥੇ ਰੱਖਣੀ ਜੀ। ਹੁਣ ਵੀ ਤੁਹਾਡੇ ਨਾਂ ਚੜ ਜਾਣੀਆਂ। ਨੇੜੇ ਆ ਜਾਂਦੇ ਥੋੜਾ। ਬਾਪੂ ਗੋਪਾਲ ਹਣਾ ਵਾਸਤੇ ਪਹਿਲਾਂ ਹੀ ਉਹ ਕੱਢ ਲਿਆ ਕਰੋ ਗੱਡੀ, ਹੈ ਨਾ, ਮੂਹਰੇ ਭੇਜ ਦਿਆ ਕਰੋ। 4-5 ਛੋਟੀ ਗੱਡੀ, ਛੋਟੀ ਵੀ ਹੈ ਨਹੀਂ, ਐਡੀ ਦੂਜੀ ਗਈਆਂ ਸੀ ਆਪਣੇ ਦੋਨੇ ਹੀ? ਜੀ ਭਾਈ ਐਂਟੀ ਕਰਤੇ ਸੀ। ਚਲੋ ਪਾਵਰ। सोने गान हो इतने हथ पा सोने हौली 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 चलो। बापू दे धर्म पत्नी माता जी भी आए आ। असी तुहानू तो पहला दस्सिया ही नहीं गया, उत्थे मौके ते पता लग गया। हैरान सी भी माता जी किवें आ गए जी। आउंदे जी बड़ी बार कहा इन्हां दे पोते नूं भी चलो अपनी दादी नूं भी लियाई किते, वो कहंदी सी मैं नहीं देखना, मैं तो मरे दा भी मूँह देखना नहीं। कहंदी पता नहीं की गुस्से गिले सी आपस में, किहड़ी है जी नाराजगी सी आपस में प्यो पुत्तां दी, हसबैंड वाइफ दी। इत्थे साडे कोई उदा तो होंदा नहीं कोई लागी, तो इत्थे साडे इदां चलो जां तां फिर चक के उत्थे ना पिंड जां तुसीं दे दिओ उत्थे लागी नूं जे रखना, चक के है ना बाद च उत्थे दे दिओ किसे नूं, क्योंकि साडे हुंदा नहीं इदां दा लागी वाला काम। कोई ना जे हुण तुसीं टेकता वा, कोई टेकना टेक लो, शरधा तुहाडी। हाँ आपां गुरु घर च दे दांगे जां, है ना, है ना जी, गुरु घर दे दांगे। कोई ना कोई रख ला कोले, उत्थे गुरु घर दे देने, ठीक है रतनदीप, गुरु घर दे देने जी। सतनाम श्री वाहिगुरु 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 वाहिगुरु। हाँ करने पैने, वो कट लेने, कोई ना कर लेने। बैंडेज ले आयो, बैंडेज आह फड़ दो, कोई ना कट लेंगे। तौलिया तेरे भैया, तौलिया नहीं, तौलिया है नहीं नहीं इधर बापू के गोडे बेचारे दे सीधे ही नहीं हुए। देला 1 साल
हाँ जी ਕਿੱਥੇ ਦੇਣੇ ਆ हाँ कढ़ने कढ़ लो जी ਇੱਕ ਰੱਖ ਲਓ ਬਾਕੀ ਮਾਰ ਕੇ ਰੱਖ ਲਓ ਨੇੜੇ ठीक है जी ਇਕੱਠੇ ਹੋ ਜਾਣਗੇ आ दे देना उत्ते आ दिओ अपना काका समग्री ते ओ घ्यो वाहिगुरू आ भी करा काका किथे आ रतनदीप आ जा ਅਸੀਂ ਪਾਸ ਮਿਲੇ ਬੜਾ ਪੁੱਤ ਪਾ ਕੇ ਤੇ ਉਹਦੇ ਪਾ ਲੈ ਨਾ ਬਸ ਇਦਾਂ ਠੀਕ ਹੈ ਗੈਸ ਵਾਲਾ ਨਾ ਪੱਠੀ ਇਹ ਕਰ ਦੇਣਾ ਇੱਥੇ ਪਟਾ ਇੱਥੇ ਪਾ ਦੇ ਇਹਦੇ ਉੱਤੇ ਪਾਰੇ ਪੱਤਾ ਇੱਥੇ ਪਾਰੇ ਬਸ ਉੱਤੇ ਰੱਖ ਦੇ ਲਿਫਾਫਾ ਵਿੱਚ ਬਾਬਾ ਜੀ ਦਿਓ ਜੀ ਚਾਦਰ ਸੈਂਟਰ ਲਵਾ ਜੀ ਦਿਓ ਜੀ ਚਾਦਰ ਪਿਆਰਾਂ ਨੂੰ ਪੁੱਛ ਪਿਆਰਾਂ ਕਿ ਮਤ करो जी दास शुरू करो हाँ जी हाँ जी सब थाने साहब पार्षद श्री गुरु गोबिंद सिंह साहब जी महाराज सब थाने साहब पार्षद के आत्म जो साहब श्री गुरु ग्रंथ साहब जी सब थाने साहब श्री गुरु ग्रंथ साहब जी पाठ दर्शन गुजारा में हल्का स्वागत गुरुआ जी श्री वाहिगुरू प्यारी चाह साहब के पंजा तक प्रवत गुरुद्वारा का ध्यान का स्वागत गुरुआ जी श्री वाहिगुरू गुरु का नाम प्रमाण के त्यागी चलाई टेक भाई करती ने जेड़े बलवंत कटवाए को पूर्ण करवाए आया ने चिड़े के देशों विच वाले ये धर्म संस्था ते गुरुद्वारे की दावा ते कुर्बानी कीतियां साहब ते तय कर सारे तेना ਸਿੰਘਾਂ ਸਿੰਘਣੀਆਂ ਤੇ ਚੰਗੀਆਂ ਦੀ ਕਮਾਈ ਦਾ ਧਿਆਨ ਤਾਂ ਸਾਧ ਬੋਲਣਾ ਹੀ ਸ੍ਰੀ ਵਾਹਿਗੁਰੂ ਪ੍ਰਥਮ ਤੋਂ ਖਾਲਸਾ ਜੀ ਕੀ ਅਰਦਾਸ ਹੈ ਇਸ ਨੂੰ ਖਾਲਸਾ ਜੀ ਕੋ ਵਾਹਿਗੁਰੂ 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 ਜਪਿਆ ਵਿੱਚ ਕਿਆ ਉਹ ਦਾ ਸਦਕਾ ਸਰਬ ਕੋ ਵੇ ਨਿਆਣਿਆ ਖਾਲਸਾ ਸਾਹਿਬ ਤਾਂ ਦਾ ਰਿਸ਼ਾ ਹੈ ਤੇ ਕੀ ਫਤਿਹ ਬੁੱਧੀ ਪੈਰ ਬਣ ਕੇ ਸ੍ਰੀ ਸਾਹਿਬ ਸਾਹਿਬ ਖਾਲਸਾ ਜੀ ਕੋ ਬੋਲਣਾ ਹੀ ਸ੍ਰੀ ਵਾਹਿਗੁਰੂ ਮਾਨੀ ਮਤ ਕੇ ਮਤ ਪਦ ਕਰਾ ਖਾਲਸਾ ਕੋ ਵਾਹਿਗੁਰੂ ਜੀ ਦਾ ਰਹਿ ਦਾ ਕੋ ਸਦਾਨ ਦਾ ਨਾਮ ਦਾਨ ਸ੍ਰੀ ਮੁਕਤਸਰ ਸਾਹਿਬ ਜੀ के दर्शन स्नान क्योंकि डंडे बूंगे जुग जुग टल धर्म का जयकार बोलना ही श्री वाहिगुरू हे नवाने दे मान ताने ताने उठे जीव न्यास न्यास के पासा फरमान है वीला जया तेरी लिखया ते हुक्म चले आवे नानक सदे उठी जाए हुक्म सादा कर रखदा बापू बयान ते संग दतार अक्षर श्वासां को के दुनिया की यात्रा करते पंज बुद्ध दे क्या क्या जी करना ते पहुंच गए ने ਉਹਦੇ ਕੋਟ ਕੇ ਉਹਨਾਂ ਤੋਂ ਬਖਸ਼ ਕੇ ਚਰਨਾਂ ਦੇ ਵਿੱਚ ਨਿਵਾਸ ਰੋਸ਼ਨਾ ਸੱਚੇ ਪਾਤਸ਼ਾਹ ਮੁਕਤਾ ਦੀ ਸੇਵਾ ਸਭ ਤੋਂ ਵੱਡੀ ਸੇਵਾ ਪਰਿਵਾਰ ਵੱਲੋਂ ਇਹਨਾਂ ਸੰਸਕਾਰ ਕੀਤਾ ਰਹਿ ਜਾ ਰਿਹਾ ਅਧਿਕਾਰ ਤੇ ਹੋਰ ਵੀ ਸੰਗਤਾਂ ਨੂੰ ਆਈਏ ਮਨਜ਼ੂਰ ਕਰੋ ਦਤਾਰ ਕੀਤਾ ਜੀ ਜਦ ਕੋਲ ਨਾਮ ਦਾਨ ਕੀਤੀ ਦਾਨ ਪੁਰਸਾ ਬਖਸ਼ਣਾ ਹੁਣ ਸੰਸਕਾਰ ਕੰਮ ਦੀ ਅੱਗੇ ਬਖਸ਼ੋ ਗੁਰੂ ਨਾਨਕ ਨਾਮ ਚੜ੍ਹਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਇਹਨੂੰ ਦਿਓ ਮਾਚਸ ਆ ਜਾ ਅਗਲੇ ਤੇ ਬੋਲੇ ਸੋ ਨਿਹਾਲ ਇੱਥੇ ਇੱਧਰ ਧੱਕਾ ਲਾ ਹੱਥ ਪਿੱਛੇ ਕੱਢ ਰਹੀ ਵਿੱਚ ਨਾ ਆ ਜਾਵੇ ਹੱਥ ਕਿਸੇ ਦਾ
ਲੱਗ ਨਹੀਂ ਰਿਹਾ। ਨਿਕਲਦਾ ਵੀ ਨਹੀਂ। ਬਸ ਜੀ ਜਿੰਨਾ ਸਮਾਂ ਸੀਗਾ ਗੁਰੂ ਘਰ ਐਲਾਨੀਆਂ ਦਾ ਪਾਠ ਹੋਣਾ ਜੀ, ਉੱਥੇ ਹੋ ਕੇ ਜਾਇਓ ਨਾ, 2 ਮਿੰਟ ਹੋਰ ਲੱਗ ਜਾਣਗੇ। ਹੁਣ ਗੁਰੂ ਘਰ ਉੱਥੇ ਐਲਾਨੀਆਂ ਦਾ ਪਾਠ ਹੋਣਾ ਹਨਾ, ਹੋ ਕੇ। ਬਹੁਤ ਧੰਨਵਾਦ ਜੀ ਸਾਰੀ ਸੰਗਤ ਦਾ ਜਿਹੜੇ ਸਾਡੇ ਨਾਲ ਜੁੜੇ ਹੋਏ ਨੇ। ਹੁਣ ਇੱਥੇ ਗੈਸ ਵਾਲੀ ਭੱਠੀ ਦੇ ਰਾਹੀਂ ਬਾਪੂ ਜੀ ਦਾ ਜਿਹੜਾ ਅੰਤਮ ਅਰਦਾਸ ਔਰ ਅੰਤਮ ਸੰਸਕਾਰ ਕੀਤਾ ਜਾ ਰਿਹਾ ਵਾ। ਇਸ ਟਾਈਮ ਕਰੀਬ 1600-1700 ਮੈਂਬਰ ਸਾਡੇ ਨਾਲ ਜੁੜੇ ਹੋਏ ਨੇ। ਬਾਪੂ ਬੇਅੰਤ ਸਿੰਘ ਢਿੱਲੋਂ ਜੀ ਵਰਗੇ ਚੰਗੀ ਸੂਝ-ਬੂਝ ਵਾਲੇ ਇਨਸਾਨ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਦਾ ਵੱਡਾ ਹਿੱਸਾ ਗੁਰੂ ਘਰ ਦੀ ਸੇਵਾ ਦੇ ਵਿੱਚ ਬਤੀਤ ਕੀਤਾ ਹੋਵੇ, ਉਹਨਾਂ ਦੇ ਨਾਲ ਇਸ ਤਰ੍ਹਾਂ ਦਾ ਵਰਤਾਰਾ ਹੋਣਾ ਇਹ ਬੜਾ ਦੁਖਦਾਈ ਆ। ਨਹੀਂ ਤਾਂ ਬੱਚੇ ਆਪਣੇ ਬਾਪੂ ਦੀ ਯਾਦ ਦੇ ਵਿੱਚ ਕਿੰਨਾ ਕੁਛ ਕਰਦੇ ਨੇ, ਪਰ ਬਾਪੂ ਬੇਅੰਤ ਸਿੰਘ ਢਿੱਲੋਂ ਜੀ ਦੀ ਔਲਾਦ, ਉਹਨਾਂ ਦਾ ਬੇਟਾ, ਉਹਨਾਂ ਦੇ ਅੰਤਮ ਸੰਸਕਾਰ 'ਚ ਵੀ ਸ਼ਾਮਲ ਨਹੀਂ ਹੋਇਆ। ਦੇਖੋ ਇਸੇ ਤਰ੍ਹਾਂ ਹੀ ਪਹਿਲਾਂ ਸਾਡੇ ਕੋਲੇ ਮਾਤਾ ਸਰਜੀਤ ਕੌਰ ਜੀ ਸੀਗੇ ਇੱਕ, ਉਹਨਾਂ ਦਾ ਬੇਟਾ ਵੀ ਸਾਹਮਣੇ ਖੇਤ 'ਚ ਖੜਾ, ਕਣਕ ਤਾਂ ਵਢਾਈ ਗਿਆ ਪਰ ਆਇਆ ਨਹੀਂ ਸੀ ਉਦੋਂ ਵੀ। ਉਹ ਵੀ ਬੇਬੇ ਬੜੇ ਚੰਗੇ ਘਰ 'ਚ ਪੈਦਾ ਹੋਈ, ਚੰਗੇ ਘਰ 'ਚ ਵਿਆਹੀ, ਪਰ ਅੱਜ ਬਾਪੂ ਜੀ ਦੀ ਅੰਤਮ ਸਫ਼ਰ ਦੇ ਵਿੱਚ ਅਸੀਂ ਸਾਰੇ ਸ਼ਾਮਲ ਹੋਏ ਹਾਂ। ਅਸੀਂ ਆਪਣੇ ਆਪ ਨੂੰ ਵਡਭਾਗੇ ਸਮਝਦੇ ਹਾਂ। ਵਾਹਿਗੁਰੂ ਅੱਗੇ ਅਸੀਂ ਅਰਦਾਸ ਕਰਦੇ ਹਾਂ ਸੱਚੇ ਪਾਤਸ਼ਾਹ ਉਹਨਾਂ ਨੂੰ ਆਪਣੇ ਚਰਨਾਂ 'ਚ ਨਿਵਾਸ ਬਖਸ਼ਣ। ਤੇ ਕੱਲ ਦਾ ਦਿਨ ਬਾਪੂ ਜੀ ਦੀ ਮੌਤ 24 ਤਰੀਕ ਨੂੰ ਹੋਈ ਆ, ਤੇ 24 ਤੋਂ ਬਾਅਦ 3 ਤਰੀਕ ਨੂੰ ਬਾਪੂ ਜੀ ਦਾ ਭੋਗ ਪਊਗਾ ਜੀ ਗੁਰਦੁਆਰਾ ਸਿੰਘ ਸਭਾ ਸਾਹਿਬ ਪਿੰਡ ਹਸਨਪੁਰ ਦੇ ਵਿੱਚ ਹੀ, ਦਿਨ ਬੁੱਧਵਾਰ ਦਾ। 3 ਅਗਸਤ 2022 ਦਿਨ ਬੁੱਧਵਾਰ ਬਾਪੂ ਬੇਅੰਤ ਸਿੰਘ ਢਿੱਲੋਂ ਜੀ ਦੀ ਅੰਤਮ ਅਰਦਾਸ 'ਚ ਜ਼ਰੂਰ ਸ਼ਾਮਲ ਹੋਇਓ। ਜਿੰਨੇ ਵੀ ਭੈਣ ਭਰਾ ਸਾਡੀ ਇਸ ਵੀਡੀਓ ਨੂੰ ਦੇਖਦੇ ਆ, ਜੇ ਕੋਈ ਨੇੜੇ ਤੇੜੇ ਆ ਜਿਹੜੇ ਬਾਪੂ ਜੀ ਦੇ ਨਾਲ ਭਾਵਨਾਵਾਂ ਦੇ ਤੌਰ ਤੇ ਜੁੜੇ ਹੋਏ ਸੀਗੇ, ਕਿਉਂਕਿ 5 ਸਾਲ ਦਾ ਵਕਫਾ ਹੋ ਚੱਲਿਆ ਸੀ ਬਾਪੂ ਜੀ ਨੂੰ ਸਾਡੇ ਕੋਲ ਰਹਿੰਦਿਆਂ, ਤੇ ਛੋਟਾ ਅੰਤਰਾਲ ਨਹੀਂ ਹੁੰਦਾ 5 ਸਾਲ ਦਾ। ਤੇ ਸਾਡੇ ਪਿਓ ਦੀ, ਸਾਡੇ ਬਾਪੂ ਜੀ ਦੀ ਜਿੰਨੀ ਕੁ ਵੀ ਸੇਵਾ ਸਾਨੂੰ ਵਾਹਿਗੁਰੂ ਨੇ ਬਖਸ਼ੀ, ਅਸੀਂ ਆਪਣੇ ਵੱਲੋਂ ਪੂਰੀ ਤਨਦੇਹੀ ਦੇ ਨਾਲ ਨਿਭਾਉਣ ਦਾ ਯਤਨ ਕੀਤਾ। ਪਰ ਅੱਜ ਬਾਪੂ ਜੀ ਸਾਨੂੰ ਸਦੀਵੀ ਵਿਛੋੜਾ ਦੇ ਕੇ ਦੁਨੀਆ ਤੋਂ ਚਲੇ ਗਏ। ਤੇ ਬਾਪੂ ਦੇ ਜਾਣ ਦੇ ਪਿੱਛੇ ਉਹਨਾਂ ਦਾ ਅੰਦਰੋਂ ਜਿਉਣ ਦੀ ਇੱਛਾ ਖਤਮ ਹੋ ਜਾਣਾ ਸੀ। ਬਸ ਇੰਨੀਆਂ ਕੀ ਸਾਡੀਆਂ ਬੇਨਤੀਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੋਈ ਲਫ਼ਜ਼ ਉੱਚਾ ਨੀਵਾਂ ਬੋਲਿਆ ਗਿਆ ਹੋਵੇ ਮਾਫੀ ਮੰਗਦੇ।